पग पंकज बंदन, पग पंकज बंदन। सिमरो अंगद दोख निकंदन। अमरदास गुर हृदय ध्यावो, हृदय ध्यावो। श्री गुरु रामदास गुण गावो। श्री अर्जन विघ्नन के नाशक, विघ्नन के नाशक। श्री हरगोबिंद शुभ सुमत प्रकाशक। श्री हर राय नमो कर जोरी, नमो कर जोरी। गुरु हर कृष्ण मनाए बहोरी। गुरु तेग बहादुर परम कृपाला, परम कृपाला। श्री गुरु गोबिंद सिंह विशाला। धरो धारा पर पुन पुन सीसा, पुन पुन सीसा। बंदो बार बार जगदीशा, जिसमें है अमृत ज्ञान है माणक भगत बैराग। श्री गुरु ग्रंथ साहिब उदद बंदों कर अनुराग। एक अंकारा सतगुरु तेह प्रसाद सच होए। वाहिगुरु जी की फतेह विघ्न विनाशन सोए। हाँ जी। सतनाम श्री वाहिगुरु साहिब जी। दोहरा ज्वाला परसन को समय, आयो अबही नेर। तेह मग सब नर लै चलो, लेवां दर्शन हेर। ज्वाला परसन को समय। वाहिगुरु जी का खालसा, वाहिगुरु जी की फतेह। सतगुरु गरीब नवाज दीन दुनिया दे मालक, चवर छतर तखत दे मालक, समरथ गुरु परतख गुरु, दीन दयाल कृपाल अंतरजामी पूरन पार ब्रह्म परमेश्वर वाहिगुरु अकाल पुरख स्वरूप सच्चे पातशाह। दासां गरीबां सिखां सेवकां दी सदा इज्जत रखण वाले, पत रखण वाले, दया करन वाले, रहमतां बख्शिशां करन वाले धन धन सतगुरु गरीब नवाज सच्चे पातशाह। धन धन सतगुरु श्री गुरु ग्रंथ साहिब जी महाराज। धन धन श्री गुरु ग्रंथ साहिब जी महाराज। बड़े ही प्यार दे नाल सारी संगत गज के आखो धन धन श्री गुरु ग्रंथ साहिब जी महाराज। धन धन श्री गुरु ग्रंथ साहिब जी महाराज। सतगुरु सच्चे पातशाह जी दी पावन पवित्र महान हाजरी विच सुभाईमान साध संगत जी, बड़ियां खुशियां वाला दिहाड़ा सतगुरु जी ने बख्शिश कीता है, किरपा कीती है।
ਧੰਨ ਸਤਿਗੁਰੂ ਗੁਰੂ ਦੂਸਰੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਮਹਾਨ ਪਵਿੱਤਰ ਵਡਿਆਈ ਸੋਭਾ ਦੇ ਵਿੱਚ ਬਚਨ ਲਿਖੇ ਹੈ। ਭੱਟ ਸਾਹਿਬਾਨ ਨੇ ਅਮੈ ਦ੍ਰਿਸ਼ਟ ਸ਼ੁਭ ਕਰੈ, ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ, ਵਸ ਕਰੈ ਸਭੈ ਬਲ, ਸਦਾ ਸੁਖ ਮਨ ਵਸੈ, ਦੁਖ ਸੰਸਾਰ ਹੈ ਖੋਵੈ, ਗੁਰ ਨਵ ਨਿਤ ਦਰਿਆਓ, ਜਨਮ ਹਮ ਕਾਲਖ ਧੋਵੈ। ਭੱਟ ਟਲ ਜੀ ਅੱਗੋਂ ਕਹਿੰਦੇ ਆ, ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਗਮਨ ਗੁਰਪੁਰਬ, ਸੱਚੇ ਪਾਤਸ਼ਾਹ ਜੀ ਦਾ ਮਹਾਨ ਪਵਿੱਤਰ ਗੁਰਪੁਰਬ ਸਿੱਖ ਸੰਗਤਾਂ ਵਿੱਚ ਬੜੀ ਵੱਡੀ ਖੁਸ਼ੀ ਦੇ ਨਾਲ ਮਨਾਇਆ ਜਾ ਰਿਹਾ ਹੈ। ਕੁਦਰਤੀ ਗੁਰੂ ਸਾਹਿਬ ਜੀ ਦੀ ਮਿਹਰ ਦੇ ਨਾਲ ਲੜੀਵਾਰ ਕਥਾ ਜਿਹੜੀ ਹੈ ਇਹ ਵੀ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਚੱਲ ਰਹੀ ਹੈ। ਕੱਲ੍ਹ ਤੋਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਗਮਨ ਦੀ ਜਿਹੜੀ ਕਥਾ ਹੈ ਲੜੀਵਾਰ, ਉਹ ਸਾਧ ਸੰਗਤ ਦੀ ਪ੍ਰਾਰੰਭ ਹੋਈ ਹੈ। ਕੁਝ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ ਸੀ। ਭਾਈ ਬਾਲਾ ਜੀ ਪਰਲੋਕ ਗਮਨ ਕਰ ਗਏ ਹੈ। ਮਹਾਰਾਜ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਆਪਣੇ ਹੱਥੀਂ ਉਹਨਾਂ ਦੇ ਸਰੀਰ ਦਾ ਸਾਧ ਸੰਗਤ ਜੀ ਅੰਤਮ ਸੰਸਕਾਰ ਕੀਤਾ ਹੈ। ਸਰੀਰ ਨੂੰ ਅਗਨ ਭੇਟ ਸੱਚੇ ਪਾਤਸ਼ਾਹ ਜੀ ਨੇ ਕੀਤਾ ਹੈ। ਆਪਣੇ ਹੱਥੀਂ ਮਹਾਰਾਜ ਨੇ ਝੰਡਾ ਲਾਇਆ ਹੈ। ਇਹਦੇ ਤੋਂ ਬਾਅਦ ਅਗਲਾ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ। ਫਿਰੋਜ਼ਪੁਰ ਦੀ ਪਵਿੱਤਰ ਧਰਤੀ 'ਤੇ ਸਾਧ ਸੰਗਤ ਜੀ ਹਜ਼ੂਰ ਮਹਾਰਾਜ ਜੀ ਦੀ ਆਗਮਨ ਹੁੰਦਾ ਹੈ। ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮੱਤੇ ਕੀ ਸਰਾਂ ਦੇ ਵਿੱਚ ਰਹਿਣ ਵਾਲੇ ਬਾਬਾ ਫੇਰੂਮੱਲ ਜੀ ਦੇ ਗ੍ਰਹਿ ਵਿਖੇ ਆਗਮਨ ਧਾਰਨ ਕਰਦੇ ਹਨ। ਸਾਧ ਸੰਗਤ ਜੀ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਬਚਪਨ ਤੋਂ ਭਗਤੀ ਨੂੰ ਨਾਲ ਹੀ ਲੈ ਕੇ ਆਏ ਆ ਆਪਣੇ। ਕੱਲ੍ਹ ਵੀ ਬੇਨਤੀ ਕੀਤੀ ਸੀ, ਕਈ ਵਾਰੀ ਮਨੁੱਖ ਜ਼ਿੰਦਗੀ ਦਾ ਅੱਧਾ ਸਮਾਂ ਲੰਘਣ ਤੋਂ ਬਾਅਦ ਫਿਰ ਭਗਤੀ ਵਾਲੇ ਪਾਸੇ ਲੱਗਦੇ ਆ। ਪਹਿਲਾ ਜੀਵਨ ਹੋਰ ਹੁੰਦਾ ਹੈ, ਬਾਅਦ ਵਿੱਚ ਜੀਵਨ ਸਵਰ ਜਾਂਦਾ ਹੈ, ਜੀਵਨ ਵਧੀਆ ਬਣ ਜਾਂਦਾ ਹੈ। ਅਤੇ ਕਈ ਵਾਰੀ ਸਾਧ ਸੰਗਤ ਜੀ ਰੱਬੀ ਪੁਰਸ਼ ਐਸੇ ਹੁੰਦੇ ਆ, ਉਹ ਬਚਪਨ ਤੋਂ ਹੀ ਫਿਰ ਭਗਤੀ ਨੂੰ ਨਾਲ ਲੈ ਕੇ ਆਉਂਦੇ ਆ। ਬਾਹਰ ਦੇ ਸਰੀਰ ਵਿੱਚ 2 ਅੱਖਾਂ ਹੁੰਦੀਆਂ, 2 ਬਾਹਾਂ ਹੁੰਦੀਆਂ, 2 ਲੱਤਾਂ ਹੁੰਦੀਆਂ, 2 ਕੰਨ ਹੁੰਦੇ ਆ, ਸੁੰਦਰ ਮੁੱਖ ਮੰਡਲ ਹੁੰਦਾ ਹੈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਆਂਤਰਿਕ ਸਰੀਰ, ਜਿਹੜਾ ਅੰਦਰ ਦਾ ਸਰੀਰ ਹੈ ਭਗਤੀ ਵਾਲਾ, ਉਹਦੇ ਬਾਰੇ ਆਪ ਜੀ ਨੇ ਕੱਲ੍ਹ ਸਰਵਣ ਕੀਤਾ। ਧੀਰਜ ਖਿਮਾ ਭੁਜਾ ਜਿਹ ਸੋਹੈ, ਮਹਾਰਾਜ ਜੀ ਦੀਆਂ 2 ਭੁਜਾਵਾਂ ਬਾਹਾਂ ਕਿਹੜੀਆਂ ਨੇ? ਇੱਕ ਹੈ ਸਾਧ ਸੰਗਤ ਦੀ ਖਿਮਾ ਅਤੇ ਦੂਜਾ ਹੈ ਧੀਰਜ। ਨਾ ਜਰੀ ਜਾਣ ਵਾਲੀ ਤਾਕਤ ਨੂੰ ਜਰ ਲੈਣਾ, ਇਹ ਮਹਾਰਾਜ ਜੀ ਦਾ ਹਿਰਦਾ ਹੈ। ਮੈਤਰੀ ਅਤੇ ਮੁਦਤਾ, ਮਿੱਤਰਤਾ ਅਤੇ ਆਨੰਦਤਾ, ਪ੍ਰਸੰਨਤਾ, ਇਹ ਮਹਾਰਾਜ ਗਰੀਬ ਨਵਾਜ਼ ਜੀ ਦੀਆਂ 2 ਜੰਗਾਂ ਹਨ। ਕੱਟ ਲੱਕ ਕੀ ਹੈ? ਲੱਕ ਮਹਾਰਾਜ ਜੀ ਦਾ ਕਿਰਪਾ ਰੂਪੀ ਹੈ। ਮੁੱਖ ਮੰਡਲ ਜਿਹੜਾ ਹੈ ਉਹ ਪਿਆਰ ਵਾਲਾ ਹੈ, ਸਤਿਕਾਰ ਵਾਲਾ ਹੈ, ਮਨ ਪ੍ਰੇਮ ਵਾਲਾ ਹੈ। ਸਮਦਮ ਮਹਾਰਾਜ ਜੀ ਦੇ ਕੰਨ ਹਨ। 2 ਚਕਸ਼ੂ ਨੇ, ਜੋ 2 ਨੇਤਰ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ। ਇੱਕ ਧਿਆਨ ਧਾਰਨਾ ਹੈ, ਇੱਕ ਲਿਵ ਲਗਾਉਣਾ ਹੈ। ਇਹ 2 ਮਹਾਰਾਜ ਜੀ ਦੇ ਨੇਤਰ ਹਨ। ਸੀਸ ਕੀ ਹੈ? ਸੀਸ ਹੈ ਮਹਾਰਾਜ ਜੀ ਦਾ ਗਿਆਨ। ਸ਼ਿੰਗਾਰ ਕੀ ਹੈ? ਸ਼ਿੰਗਾਰ ਹੈ ਸਤਸੰਗ ਰੂਪੀ ਸ਼ਿੰਗਾਰ। ਇਹ ਮਹਾਰਾਜ ਦਾ ਆਤਮਿਕ ਰੂਪ ਹੈ ਸਾਧ ਸੰਗਤ ਜੀ। ਅਤੇ ਦਾਸ ਬੇਨਤੀ ਕਰੇ, ਆਤਮਿਕ ਸਰੀਰ ਹੈ ਗੁਰੂ ਅੰਗਦ ਦੇਵ ਜੀ ਦਾ। ਜਿਉਂ-ਜਿਉਂ ਉਮਰ ਵੱਡੀ ਹੁੰਦੀ ਹੈ, ਤਿਉਂ-ਤਿਉਂ ਆਤਮਿਕ ਸਰੀਰ ਵੀ ਵੱਡਾ ਹੋਈ ਜਾਂਦਾ ਹੈ। ਇੱਕ ਗੱਲ ਦਾ ਧਿਆਨ ਰੱਖਣਾ, ਉਹ ਕਿਹੜੀ? ਸੰਗਤ ਜੀ, ਜਿਉਂ-ਜਿਉਂ ਬੰਦੇ ਦੀ ਅਵਸਥਾ ਵੱਡੀ ਹੁੰਦੀ ਹੈ, ਤਿਉਂ-ਤਿਉਂ ਗੁਣ ਵੀ ਵੱਡੇ ਹੋਣੇ ਚਾਹੀਦੇ ਹੈ। ਤਿਉਂ-ਤਿਉਂ ਬੰਦੇ ਵਿੱਚ ਗੁਣ ਆਉਣੇ ਚਾਹੀਦੇ ਆ, ਤਿਉਂ-ਤਿਉਂ ਭਗਤੀ ਵਿੱਚ ਵਾਧਾ ਪੈਣਾ ਚਾਹੀਦਾ। ਅਤੇ ਕਈ ਵਾਰੀ ਅਵਸਥਾ ਤਾਂ ਵੱਡੀ ਹੋ ਜੇ ਪਰ ਗੁਣਾਂ ਵਿੱਚ ਵਾਧਾ ਨਾ ਹੋਵੇ, ਅਤੇ ਜਿਹੜੇ ਗੁਣ ਨੇ ਉਹ ਸਾਧ ਸੰਗਤ ਜੀ ਔਗੁਣ ਦਾ ਰੂਪ ਧਾਰਨ ਕਰ ਲੈਂਦੇ। ਗੁਣ ਔਗੁਣ ਦਾ ਰੂਪ ਧਾਰਨ ਕਰ ਲੈਂਦੇ ਆ, ਅਤੇ ਜਦੋਂ ਗੁਣ ਔਗੁਣ ਦਾ ਰੂਪ ਧਾਰਨ ਕਰਦੇ ਆ
ਫਿਰ ਸਾਧ ਸੰਗਤ ਜੀ ਉੱਥੇ ਹੰਕਾਰ ਰੂਪ ਬਦਬੂ ਆਉਣ ਲੱਗ ਪੈਂਦੀ ਹੈ। ਮੱਛਰ ਜਿਹੜਾ ਹੈ ਕਦੀ ਵਗਦੇ ਪਾਣੀ ਤੇ ਨਹੀਂ ਆਉਂਦਾ, ਖੜਦਾ। ਮੱਛਰ ਕਦੀ ਵਗਦੇ ਪਾਣੀ ਤੇ ਨਹੀਂ ਖਲੋਂਦਾ। ਮੱਛਰ ਜਦੋਂ ਖਲੋਂਦਾ ਰੁਕੇ ਹੋਏ ਪਾਣੀ ਤੇ ਖਲੋਂਦਾ। ਇਸੇ ਤਰ੍ਹਾਂ ਜਿਨ੍ਹਾਂ ਦੇ ਜੀਵਨ ਵਿੱਚ ਗੁਣਾਂ ਦੀ ਤਰੱਕੀ ਨਹੀਂ ਹੁੰਦੀ, ਜਿਹੜੇ ਰੁਕ ਜਾਂਦੇ ਆ, ਉਹਨਾਂ ਦੇ ਜੀਵਨ ਰੂਪੀ ਪਾਣੀ ਉੱਤੇ ਹੰਕਾਰ ਰੂਪੀ ਮੱਛਰ ਆ ਕੇ ਬਹਿੰਦਾ। ਤੇ ਜਿਵੇਂ ਫਿਰ ਮੱਛਰ ਸਾਰਿਆਂ ਨੂੰ ਤੰਗ ਕਰਦਾ, ਕਦੀ ਮੱਛਰ ਨੇ ਵੀ ਕਿਸੇ ਨੂੰ ਸੁੱਖ ਦਿੱਤਾ। ਜਿਵੇਂ ਮੱਛਰ ਸਾਰਿਆਂ ਨੂੰ ਤੰਗ ਕਰਦਾ, ਉਵੇਂ ਫਿਰ ਉਹ ਬੰਦੇ ਵੀ ਸਾਰਿਆਂ ਨੂੰ ਤੰਗ ਕਰਦੇ ਆ। ਉਵੇਂ ਉਹ ਬੰਦੇ ਸਾਰਿਆਂ ਨੂੰ ਤੰਗ ਕਰਦੇ। ਇਹ ਗੱਲ ਬੜੀ ਬਰੀਕ ਹੈ, ਇਹਨੂੰ ਬੜੇ ਧਿਆਨ ਨਾਲ ਸਮਝਣਾ ਹੈ। ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਜਿਉਂ-ਜਿਉਂ ਸਰੀਰ ਵੱਡਾ ਹੋਇਆ, ਤਿਉਂ-ਤਿਉਂ ਉਹਨਾਂ ਦੇ ਆਤਮਿਕ ਗੁਣ ਵੀ ਵੱਡੇ ਹੁੰਦੇ ਗਏ। ਬੰਦਾ ਆਪ ਸੋਚੇ ਵੀ ਅੱਜ ਤੋਂ ਮਹੀਨੇ ਵਾਲੀ ਜਿਹੜੀ ਪਹਿਲਾਂ ਅਵਸਥਾ ਸੀ, ਕੀ ਅਜੇ ਮੇਰੀ ਉਹ ਅਵਸਥਾ? ਮੇਰੇ ਵਿੱਚ ਤਰੱਕੀ ਕਿੰਨੀ ਕੁ ਹੋਈ ਹੈ? ਮੈਂ ਕਿੰਨਾ ਕੁ ਵੱਧ ਭਜਨ ਕਰਨਾ ਸ਼ੁਰੂ ਕੀਤਾ ਹੈ? ਕਿੰਨਾ ਕੁ ਮਾੜੇ ਕੰਮਾਂ ਤੋਂ ਆਪਣੇ ਮਨ ਨੂੰ ਰੋਕਣਾ ਸ਼ੁਰੂ ਕਰ ਲਿਆ ਹੈ? ਇਹ ਗੁਰੂ ਸਾਹਿਬ ਜੀ ਦਾ ਆਸਰਾ ਲੈ ਕੇ ਗੁਰੂ ਕਾ ਸਿੱਖ ਸੋਚਦਾ ਰਵੇ, ਕਰਦਾ ਰਵੇ। ਸੋ ਸਾਧ ਸੰਗਤ ਜੀ, ਪਹਿਲਾਂ ਤੇ ਮਹਾਰਾਜ ਫਿਰੋਜ਼ਪੁਰ ਵਿੱਚ ਰਹੇ ਆ, ਬਾਅਦ ਵਿੱਚ ਮਹਾਰਾਜ ਉੱਥੇ ਜਦੋਂ ਬਲੋਚਾਂ ਦੀ ਧਾੜ ਆ ਗਈ ਹੈ ਤੇ ਖਡੂਰ ਸਾਹਿਬ ਆਣ ਵਸੇ ਆ ਮਹਾਰਾਜ। ਉਹ ਸਾਰਾ ਇਤਿਹਾਸ ਤੁਸਾਂ ਨੇ ਕੱਲ੍ਹ ਸਰਵਣ ਕੀਤਾ ਸੀ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਆਗਮਨ ਗੁਰਪੁਰਬ ਵੀ ਹੈ। ਤੇ ਦਾਸ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰੇ, ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੋ, ਮਹਾਰਾਜ ਆਪ ਜੀ ਦੀ ਕਥਾ ਸੁਣਨ ਲੱਗੇ ਆ, ਸਾਡੇ ਤੇ ਮਿਹਰ ਕਰੋ, ਸਾਡਾ ਆਤਮਿਕ ਸਰੀਰ ਤਰੱਕੀ ਕਰੇ। ਆਤਮਿਕ ਸਰੀਰ ਦੀਆਂ ਤੇ ਬਾਹਾਂ ਹੀ ਨਹੀਂ ਹੈਗੀਆਂ, ਨਾ ਧੀਰਜ ਹੈ, ਨਾ ਖਿਮਾ ਹੈ, ਨਾ ਸਮ ਹੈ, ਨਾ ਦਮ ਹੈ, ਕੰਨ ਹੀ ਨਹੀਂ ਹੈਗੇ ਆਤਮਿਕ ਜੀਵਨ ਦੇ। ਆਤਮਿਕ ਜੀਵਨ ਦਾ ਤੇ ਹਿਰਦਾ ਹੀ ਨਹੀਂ ਹੈਗਾ। ਨਾ ਜਰਨ ਵਾਲੀ ਚੀਜ਼ ਨੂੰ ਸਾਧ ਸੰਗਤ ਜੀ ਬੰਦਾ ਜਿਹੜਾ ਉਹ ਜਰਦਾ ਨਹੀਂ ਹੈ, ਹਿਰਦਾ ਨਹੀਂ ਹੈਗਾ। ਸੋ ਮਹਾਰਾਜ ਗਰੀਬ ਨਵਾਜ਼ ਜੀ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ, ਬੇਨਤੀ ਕਰਨੀ ਹੈ, ਤਰਲਾ ਲੈਣਾ ਹੈ। ਹੁਣ ਆਪਾਂ ਸਾਧ ਸੰਗਤ ਜੀ ਅੱਗੋਂ ਕਥਾ ਸਰਵਣ ਕਰਨੀ ਹੈ ਸੱਚੇ ਪਾਤਸ਼ਾਹ ਜੀ ਦੀ। ਮਹਾਰਾਜ ਖਡੂਰ ਸਾਹਿਬ ਰਹਿੰਦੇ ਆ। ਦੇਵੀ ਜੀ ਦੇ ਚੇਲਿਆਂ ਵਿੱਚੋਂ ਮੁਖੀ ਚੇਲੇ ਮਹਾਰਾਜ ਸੱਚੇ ਪਾਤਸ਼ਾਹ ਸ਼੍ਰੀ ਲਹਿਣਾ ਜੀ ਦੇ ਰੂਪ ਵਿੱਚ ਬਣੇ ਆ। ਇੱਕ ਦਿਨ ਭਾਈ ਜੋਧ ਜੀ ਦੇ ਮੁਖੋਂ ਸਤਿਗੁਰੂ ਜੀ ਦੀ ਬਾਣੀ ਸੁਣਦੀ। ਐਸੀ ਬਾਣੀ ਸੁਣੀ, ਮਨ ਵਿੱਚ ਪਿਆਰ ਪੈਦਾ ਹੋ ਗਿਆ। ਪਿਆਰ ਕੀ ਪੈਦਾ ਹੋਇਆ? ਜਿਨ੍ਹਾਂ ਦੇ ਮੈਂ ਬਾਣੀ ਸੁਣੀ ਹੈ, ਇਹ ਆਪ ਕਿੱਡੇ ਸੋਹਣੇ ਹੋਣਗੇ, ਆਪ ਕਿੱਡੇ ਵੱਡੇ ਪ੍ਰਤਾਪੀ ਹੋਣਗੇ। ਇਹਨਾਂ ਦੀ ਤੇ ਬਾਣੀ ਸੁਣ ਕੇ ਆਨੰਦ ਆ ਰਿਹਾ, ਇਹਨਾਂ ਦੇ ਆਪਣੇ ਅੰਦਰ ਕਿੰਨਾ ਆਨੰਦ ਹੋਏਗਾ। ਤੇ ਸਾਧ ਸੰਗਤ ਜੀ, ਉਹ ਮਹਾਰਾਜ ਧੰਨ ਗੁਰੂ ਅੰਗਦ ਦੇਵ ਸਾਹਿਬ ਫਿਰ ਫੁਰਨਾ ਬਣਾਉਂਦੇ ਆ ਵੀ ਗੁਰੂ ਨਾਨਕ ਸਾਹਿਬ ਦਾ ਜਸ ਤੇ ਅੱਗੇ ਵੀ ਬੜੀ ਵਾਰੀ ਸੁਣਿਆ, ਪਰ ਅੱਜ ਸਿੱਖ ਦੇ ਮੁਖੋਂ ਉਹਨਾਂ ਦੀ ਬਾਣੀ ਸੁਣੀ ਹੈ। ਹੁਣ ਮੈਂ ਛੇਤੀ ਜਾ ਕੇ ਉਹਨਾਂ ਦੇ ਦਰਸ਼ਨ ਕਰਨੇ ਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇੱਕ ਪੰਕਤੀ ਆਉਂਦੀ ਹੈ, ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਭ ਪੇਖਣ ਕਾ ਚਾਓ। ਜਿਉਂ-ਜਿਉਂ ਬੰਦਾ ਸੁਣਦਾ ਸੁਣਦਿਆਂ ਅੰਦਰ ਦਰਸ਼ਨਾਂ ਦਾ ਚਾਅ ਪੈਦਾ ਹੁੰਦਾ। ਜਿਹੜਾ ਸੁਣਦਾ ਨਹੀਂ ਹੈ, ਉਹਦੇ ਅੰਦਰ ਦਰਸ਼ਨਾਂ ਦਾ ਚਾਅ ਕਿਵੇਂ ਪੈਦਾ ਹੋਏਗਾ? ਸੋ ਮਹਾਰਾਜ ਧੰਨ ਗੁਰੂ ਅੰਗਦ ਦੇਵ ਜੀ ਨੇ ਗੁਰੂ ਜੀ ਦੀ ਵਡਿਆਈ ਸੁਣੀ, ਸੋਭਾ ਸੁਣੀ, ਫਿਰ ਉਹਨਾਂ ਦੀ ਬਾਣੀ ਸੁਣੀ। ਮਨ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨਾਂ ਦਾ ਚਾਅ ਬਣਿਆ, ਪਿਆਰ ਬਣਿਆ ਜੀ। ਹੁਣ ਇਹਦੇ ਤੋਂ ਅੱਗੇ ਜੋ ਪ੍ਰਸੰਗ ਹੈ ਉਹ ਆਪਾਂ ਨੇ ਬੜੇ ਪਿਆਰ ਨਾਲ ਸਰਵਣ ਕਰਨਾ ਹੈ। ਨਾਲ ਨਾਲ ਆਪ ਜੀ ਨੂੰ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਗੁਰਪੁਰਬ ਦੀ ਵੀ ਬਹੁਤ ਬਹੁਤ ਵਧਾਈ ਹੋਵੇ। ਆਓ ਬੜੇ ਪਿਆਰ ਦੇ ਨਾਲ ਸਾਰੀ ਸੰਗਤ ਸਰਵਣ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਦੋਹਰਾ ਜਵਾਲਾ ਪਰਸਨ ਕੋ ਸਮੈ ਆਇਓ ਅਬਹੀ ਨੇਰ। ਸਾਧ ਸੰਗਤ ਜੀ, ਮਹਾਰਾਜ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਭਾਈ ਲਹਿਣਾ ਜੀ ਦੇ ਰੂਪ ਵਿੱਚ ਨੇ ਫੁਰਨਾ ਬਣਾ ਰਹੇ ਆ ਵੀ ਗੁਰੂ ਨਾਨਕ ਸਾਹਿਬ ਜੀ ਦੇ ਜਾ ਕੇ ਦਰਸ਼ਨ ਕਰਨੇ ਆ। ਉੱਧਰੋਂ ਜਵਾਲਾ ਜੀ ਦੇ ਜਾਣ ਦਾ, ਜਵਾਲਾ ਪੂਜਾ ਦਾ ਜਿਹੜਾ ਸਮਾਂ ਉਹ ਨੇੜੇ ਆ ਗਿਆ। ਤੇਹ ਮਗ ਸਭ ਨਰ ਲੈ ਚੱਲੋਂ ਲੇਵੋਂ ਦਰਸ਼ਨ ਹੀਰ। ਤੇ ਲਹਿਣਾ ਜੀ ਆਪਣੇ ਮਨ ਵਿੱਚ ਪਤਾ ਕੀ ਸੋਚਦੇ ਆ ਵੀ ਹੁਣ ਨਾ ਮੈਂ ਜਾਣਾ ਤਾਂ ਹੈ ਹੀ ਹੈ ਦੇਵੀ ਦੇ ਦਰਸ਼ਨ ਕਰਨ ਵਾਸਤੇ, ਤੇ ਸਾਰਿਆਂ ਨੂੰ
ਉਸ ਰਸਤੇ ਰਾਹੀਂ ਲੈ ਜਾਵਾਂਗਾ। ਸਾਰੇ ਦੇਵੀ ਦੇ ਦਰਸ਼ਨ ਕਰ ਲੈਣਗੇ, ਮੈਂ ਰਸਤੇ ਵਿੱਚ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰ ਲਵਾਂਗਾ। ਤਬ ਤਿਹ ਸਿੱਖ ਕੇ ਪਾਸ ਤੇ ਸ਼ਬਦ ਕੰਠ ਕਰ ਲੀਨ। ਜਿਨ੍ਹਾਂ ਦੇ ਅੰਦਰ ਪਿਆਰ ਹੁੰਦਾ ਹੈ, ਇਹ ਪਿਆਰ ਦੀ ਨਿਸ਼ਾਨੀ ਹੈ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਉਸ ਸਿੱਖ ਕੋਲੋਂ ਸ਼ਬਦ ਕੰਠ ਕਰ ਲਿਆ। ਭਾਈ ਜੋਧ ਜੀ ਨੂੰ ਕਿਹਾ ਮੈਨੂੰ ਸੁਣਾਇਆ, ਸ਼ਬਦ ਲਿਖਿਆ, ਉਸ ਸ਼ਬਦ ਨੂੰ ਜ਼ੁਬਾਨੀ ਯਾਦ ਕੀਤਾ। ਨਿਤ ਪ੍ਰਤ ਪੜ੍ਹੀ ਪ੍ਰੇਮ ਕਰ ਉਪਜੇ ਭਾਉ ਨਵੀਨ। ਤੇ ਵੇਖ ਲਓ ਫਿਰ ਪਿਆਰ ਦੀਆਂ ਖੇਡਾਂ। ਹਰ ਰੋਜ਼ ਉਸ ਸ਼ਬਦ ਨੂੰ ਪੜ੍ਹਨਾ, ਯਾਦ ਕਰਕੇ ਪਿਆਰ ਦੇ ਨਾਲ ਪੜ੍ਹਨਾ, ਤੇ ਹਰ ਰੋਜ਼ ਜਦੋਂ ਸ਼ਬਦ ਪੜ੍ਹ ਕੇ ਸ਼ਾਂਤੀ ਮਹਿਸੂਸ ਹੋਣੀ, ਤੇ ਹਰ ਰੋਜ਼ ਜ਼ਿਆਦਾ ਜੀ ਕਰਨਾ ਵੀ ਮੈਂ ਛੇਤੀ ਛੇਤੀ ਮਹਾਰਾਜ ਨੂੰ ਮਿਲ ਕੇ ਆਵਾਂ, ਗੁਰੂ ਜੀ ਦੇ ਦਰਸ਼ਨ ਕਰਕੇ ਆਵਾਂ। ਚੌਪਈ ਮਿਲਨੇ ਕੀ ਅਭਿਲਾਖਾ ਐਸੇ। ਮਿਲਣ ਦੀ ਅਭਿਲਾਖਾ, ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨਾਂ ਦੀ ਇੱਛਾ ਭਾਈ ਲਹਿਣਾ ਜੀ ਦੇ ਮਨ ਵਿੱਚ ਇਸ ਤਰ੍ਹਾਂ ਦੀ ਹੋ ਗਈ। ਹਾਂਜੀ, ਮਧੁਕਰ ਖੋਜਤ ਪੁਸ਼ਕਰ ਜੈਸੇ। ਕਿਵੇਂ? ਜਿਵੇਂ ਸਾਧ ਸੰਗਤ ਜੀ ਭੌਰਾ ਫੁੱਲ ਨੂੰ ਲੱਭਦਾ ਹੈ। ਕਿਉਂ? ਭੌਰਾ ਫੁੱਲ ਤੇ ਬੈਠੇਗਾ, ਜਾ ਕੇ ਉਹਨੂੰ ਰਸ ਮਿਲੇਗਾ। ਭੌਰਾ ਗੂੰਜਾਂ ਹੀ ਪਾਉਂਦਾ ਰਹਿੰਦਾ, ਟਿਕਦਾ ਨਹੀਂ ਹੈ ਉਹਨਾਂ ਚਿਰ ਤੱਕ ਜਿੰਨਾ ਚਿਰ ਤੱਕ ਫੁੱਲ ਨਹੀਂ ਲੱਭਦਾ। ਇਸੇ ਤਰ੍ਹਾਂ ਭਾਈ ਲਹਿਣਾ ਜੀ ਦੇ ਮਨ ਦੀ ਹਾਲਤ ਬਣੀ ਹੋਈ ਹੈ। ਜਿਉ ਮ੍ਰਿਗ ਪਿਆਸੋ ਜਲ ਕੋ ਚਾਹੈ। ਜਿਵੇਂ ਕੋਈ ਹਿਰਣ ਪਿਆਸਾ ਹੋਵੇ, ਉਹਨੇ ਪਾਣੀ ਪੀਣਾ ਹੋਵੇ, ਜਿੰਨਾ ਚਿਰ ਤੱਕ ਪਾਣੀ ਨਹੀਂ ਮਿਲਦਾ ਸਾਧ ਸੰਗਤ ਜੀ ਉਹ ਦੌੜੀ ਜਾਂਦਾ ਹੈ, ਭੱਜੀ ਜਾਂਦਾ ਹੈ। ਹਾਂਜੀ, ਜਿਉ ਚਾਤ੍ਰਿਕ ਇੱਕ ਬੂੰਦ ਬਿਨਾ ਹੈ। ਤੇ ਜਿਵੇਂ ਫਿਰ ਪਪੀਹਾ ਪਾਣੀ ਦੇ ਬੂੰਦ ਵਾਸਤੇ ਪਰਮੇਸ਼ਰ ਅੱਗੇ ਬੇਨਤੀਆਂ ਕਰਦਾ ਹੈ, ਐਵੇਂ ਧੰਨ ਗੁਰੂ ਅੰਗਦ ਦੇਵ ਸਾਹਿਬ ਭਾਈ ਲਹਿਣਾ ਜੀ ਦੇ ਰੂਪ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨਾਂ ਲਈ ਪਿਆਰ ਹੈ। ਗੱਲ ਤੇ ਸੰਗਤ ਜੀ ਪੂਰਬਲੀ ਖੇਤ ਸੀ ਨਾ, ਇਸ ਜਨਮ ਦੀ ਨਹੀਂ ਮੇਲ ਮਿਲਾਪ, ਪੂਰਬਲਾ ਹੈ, ਪਿਛਲਾ ਹੈ, ਧੁਰੋਂ ਹੀ ਖੇਡ ਬਣੀ ਹੈ ਸਾਰੀ। ਹਾਂਜੀ, ਦੇਵੀ ਪਰਸਨ ਦਿਨ ਪੁਨ ਆਇਓ। ਇੰਤਜ਼ਾਰ ਕਰਦਿਆਂ ਇੱਕ ਦਿਨ ਫਿਰ ਦੇਵੀ ਦੇ ਦਰਸ਼ਨਾਂ ਨੂੰ ਜਾਣ ਦਾ ਸਮਾਂ ਆ ਹੀ ਗਿਆ ਜੀ। ਹਾਂਜੀ, ਸਭਨ ਲਿਜਾਵਨ ਮਨ ਠਹਿਰਾਇਓ। ਹੁਣੇ ਮੁਖੀ ਸਨ, ਸਾਰਿਆਂ ਨੂੰ ਲਿਜਾਣ ਵਾਸਤੇ ਜੱਥਾ ਤਿਆਰ ਕੀਤਾ ਜੀ। ਹਾਂਜੀ, ਅਧਿਕ ਭਏ ਨਰ ਲਹਿਣੇ ਸੰਗਾ। ਤੇ ਭਾਈ ਲਹਿਣਾ ਜੀ ਦੇ ਨਾਲ ਬੜੇ ਮਨੁੱਖ ਤਿਆਰ ਹੋ ਗਏ ਜੀ ਦੇਵੀ ਜੀ ਦੇ ਜਾਣ ਵਾਸਤੇ। ਹਾਂਜੀ, ਗਮਨੇ ਜਵਾਲਾ ਸਹਿਤ ਉਮੰਗਾ। ਜਵਾਲਾ ਜੀ ਜਾਣ ਵਾਸਤੇ ਬੜੀ ਉਮੰਗ ਨਾਲ, ਬੜੇ ਚਾਅ ਦੇ ਨਾਲ ਬੜਾ ਵੱਡਾ ਜੱਥਾ ਤਿਆਰ ਹੋਇਆ ਜੀ। ਹਾਂਜੀ, ਸਰਬ ਸੰਗ ਸੋ ਕਹਿਓ ਸੁਨਾਈ। ਤੇ ਸਾਰਿਆਂ ਨੂੰ ਨਾ ਭਾਈ ਲਹਿਣਾ ਜੀ ਇਸ ਤਰ੍ਹਾਂ ਕਹਿਣ ਲੱਗੇ, ਅਪਰ ਪੰਥ ਚਲ ਕੇ ਅਬ ਜਾਈ। ਕਹਿਣ ਲੱਗੇ ਇਸ ਵਾਰ ਉਸ ਰਸਤੇ ਨਹੀਂ ਜਾਣਾ ਜਿਸ ਰਸਤੇ ਅਸੀਂ ਹਰ ਵਾਰ ਜਾਂਦੇ, ਇਸ ਵਾਰ ਹੋਰ ਰਸਤਿਓਂ ਜਾਣਾ। ਹੁਣੇ ਮੁਖੀ ਸਨ, ਤੇ ਮੁਖੀ ਦਾ ਕਹਿਣਾ ਤੇ ਮੰਨਣਾ ਹੀ ਹੁੰਦਾ ਹੈ, ਸਾਰਿਆਂ ਨੂੰ ਕਹਿਣਾ ਮੰਨਣਾ ਪਿਆ ਜੀ। ਹਾਂਜੀ, ਸ਼੍ਰੀ ਗੁਰੂ ਨਾਨਕ ਪੁਰਖ ਮਹਾਨਾ। ਪਰ ਕਾਰਨ ਦੱਸਿਆ ਵੀ ਉਸ ਰਸਤੇ ਜਾਣਾ, ਕਰਤਾਰਪੁਰ ਸਾਹਿਬ ਵਾਲੇ ਰਸਤੇ ਰਾਹੀਂ ਜਾਣਾ। ਉਸ ਰਸਤੇ ਮਹਾਨ ਮਹਾਂਪੁਰਖ ਰਹਿੰਦੇ ਆ, ਜਿਨ੍ਹਾਂ ਦਾ ਨਾਮ ਹੈ ਸ਼੍ਰੀ ਗੁਰੂ ਨਾਨਕ। ਉਹਨਾਂ ਦਾ ਨਾਮ ਹੈ, ਇਹ ਨਹੀਂ ਪਤਾ ਅਗਲੇ ਗੁਰੂ ਇਹੋ ਹੀ ਨੇ ਜੀ। ਹਾਂਜੀ, ਤਿਹ ਕੋ ਦਰਸ਼ਨ ਕਰਹੁ ਮਤਵਾਨਾ। ਸੁਣਿਆ ਉਹਨਾਂ ਦਾ ਜਸ ਬੜਾ ਸੁਣਿਆ, ਬੜੀਆਂ ਸਿਫਤਾਂ ਸੁਣੀਆਂ, ਵਡਿਆਈਆਂ ਸੁਣੀਆਂ, ਇਸ ਕਰਕੇ ਮੇਰਾ ਮਨ ਕਰਦਾ ਮੈਂ ਉਹਨਾਂ ਦੇ ਦਰਸ਼ਨ ਕਰਕੇ ਆਉਣੇ ਆ। ਤੇ ਇਸ ਵਾਰ ਆਪਾਂ ਸਾਰਿਆਂ ਨੇ ਇਸ ਪਾਸਿਓਂ ਜਾਣਾ। ਹਾਂਜੀ, ਇਹ ਮਗ ਜਾਵਨ ਫਲ ਸੋ ਬਿਸਾਲੇ। ਕਹਿਣ ਲੱਗੇ ਇਸ ਰਸਤੇ ਜਾਵਾਂਗੇ, ਪੁਰਾਣੇ ਰਸਤੇ ਨਹੀਂ ਜਾਵਾਂਗੇ, ਨਵੇਂ ਰਸਤੇ ਜਾਣ ਵਿੱਚ ਸਾਨੂੰ ਜ਼ਿਆਦਾ ਫਲ ਮਿਲੇਗਾ। ਕਿਉਂ ਫਲ ਮਿਲੇਗਾ? ਹਾਂਜੀ, ਦੁਵੈ ਕੋ ਦਰਸ਼ਨ ਹੋਏ ਸੁਖਾਲੇ। ਦੋਹਾਂ ਦੇ ਦਰਸ਼ਨ ਹੋ ਜਾਣਗੇ, ਨਾਲੇ ਦੇਵੀ ਦੇ ਦਰਸ਼ਨ ਹੋ ਜਾਣਗੇ, ਨਾਲੇ ਮਹਾਂਪੁਰਖਾਂ ਦੇ ਦਰਸ਼ਨ ਹੋ ਜਾਣਗੇ, ਭਾਵ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਹੋ ਜਾਣਗੇ। ਹਾਂਜੀ, ਇਉ ਸੁਨ ਨਰ ਬਹੁ ਸੰਗ ਸਿਧਾਰੇ। ਹੁਣ ਇਹ ਮੁਖੀ ਸਨ, ਤੇ ਮੁਖੀ ਦੀ ਗੱਲ ਟਾਲਣੀ ਨਹੀਂ ਹੁੰਦੀ, ਇਸ ਕਰਕੇ
ਮੁਖੀ ਹੋਣ ਕਰਕੇ ਸਾਧ ਸੰਗਤ ਜੀ ਸਾਰੇ ਮਨੁੱਖ ਨਾਲ ਚੱਲ ਪਏ ਜੀ। ਹਾਂਜੀ, ਕਹਿ ਕੇ ਚਲਹੁ ਸੋ ਲੇਹੋ ਨਿਹਾਰੇ। ਕਹੈ ਕਿ ਚਲੋ ਸੋ ਲੇਹੋ ਨਿਹਾਰੇ। ਸਾਰੇ ਕਹਿਣ ਲੱਗੇ ਚਲੋ ਮਹਾਰਾਜ, ਜਿੱਧਰ ਕਹਿੰਦੇ ਉਧਰ ਤੁਰ ਪੈਨੇ ਆ, ਨਾਲੇ ਤੁਹਾਡੇ ਨਾਲ ਅਸੀਂ ਵੀ ਉਹਨਾਂ ਦੇ ਦਰਸ਼ਨ ਕਰ ਲਵਾਂਗੇ। ਹਾਂਜੀ, ਬਹੁਰ ਭੀਰ ਨਿਜ ਲੇਕਰ ਸੰਗਾ। ਲਓ ਆਪਣੇ ਨਾਲ ਬੜੀ ਵੱਡੀ ਭੀੜ ਲੈ ਕੇ ਮਨੁੱਖਾਂ ਦੀ। ਹਾਂਜੀ, ਗਮਨਿਓ ਲਹਿਣਾ ਭਾਗ ਉਤੰਗਾ। ਤੇ ਭਾਈ ਲਹਿਣਾ ਜੀ ਤੁਰ ਪਏ। ਕਈ ਵਿਦਵਾਨ ਇਤਿਹਾਸਕਾਰ ਇਹ ਵੀ ਦੱਸਦੇ ਐ ਪੈਰਾਂ ਵਿੱਚ ਘੁੰਗਰੂ ਬੰਨ੍ਹ ਕੇ ਮੁਖੀ ਤੁਰਦਾ ਹੁੰਦਾ ਸੀਗਾ, ਹੱਥ 'ਚ ਝੰਡਾ ਫੜ ਕੇ, ਪੈਰਾਂ ਵਿੱਚ ਘੁੰਗਰੂ ਬੰਨ੍ਹ ਕੇ, ਕਿਉਂਕਿ ਉਹ ਮੁਖੀ ਹੈ। ਸੋ ਇਸ ਕਰਕੇ ਭਾਈ ਲਹਿਣਾ ਜੀ ਸਭ ਤੋਂ ਅੱਗੇ ਤੁਰ ਪਏ ਐ। ਪਰ ਅੱਜ ਤੁਰੇ ਐ, ਅੱਜ ਸਾਧ ਸੰਗਤ ਜੀ ਦੇਵੀ ਤੱਕ ਨਹੀਂ ਪਹੁੰਚਣਾ, ਰਸਤੇ ਵਿੱਚ ਹੀ ਅਕਾਲ ਪੁਰਖ ਨਾਲ ਮੇਲਾ ਹੋ ਜਾਣਾ ਹੈ। ਅੱਜ ਰਸਤੇ ਵਿੱਚ ਹੀ ਮਿਹਰਾਂ ਹੋ ਜਾਣੀਆਂ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ, ਕਹਿੰਦੇ ਤੁਰ ਤੇ ਪਏ ਐ, ਗਮਨਿਓ ਲਹਿਣਾ ਭਾਗ ਉਤੰਗਾ। ਅੱਜ ਵੱਡੇ ਭਾਗ ਹੋ ਗਏ ਆ। ਹਾਂਜੀ, ਕਰਮ ਕਰਮ ਸਗਰੋ ਮਾਰਗ ਛੋਰੀ। ਪਿੱਛੇ ਪਿੱਛੇ ਜੱਥਾ, ਅੱਗੇ ਅੱਗੇ ਭਾਈ ਲਹਿਣਾ ਜੀ ਹੈ। ਚਲਦਿਆਂ ਚਲਦਿਆਂ ਸਾਰਾ ਰਸਤਾ ਲੰਘ ਗਏ, ਪਹੁੰਚੇ ਪੁਰ ਕਰਤਾ ਰਹਿ ਠੌਰੀ। ਤੇ ਕਿੱਥੇ ਪਹੁੰਚੇ ਆ? ਜਿੱਥੇ ਸਾਧ ਸੰਗਤ ਜੀ ਸ੍ਰੀ ਕਰਤਾਰਪੁਰ ਸਾਹਿਬ ਹੈ। ਹਾਂਜੀ, ਵਹਿਰ ਤਿਸ਼ਟ ਇੱਕ ਮਨੁਜ ਬੁਝੇਰਾ। ਨਗਰ ਦੇ ਬਾਹਰ ਖਲੋਤਾ ਇੱਕ ਮਨੁੱਖ ਸੀਗਾ। ਭਾਈ ਲਹਿਣਾ ਜੀ ਨੇ ਉਸ ਮਨੁੱਖ ਨੂੰ ਵੇਖਿਆ। ਹਾਂਜੀ, ਇਹ ਜੋ ਗ੍ਰਾਮ ਅਹ ਕਿਸ ਕੇਰਾ। ਅਜੇ ਪਿੰਡ ਦਾ ਕਨਫਰਮ ਕਰਨਾ ਵੀ ਇਹ ਉਹ ਪਿੰਡ ਹੈ। ਪੁੱਛਦੇ ਆ, ਉਸ ਮਨੁੱਖ ਨੂੰ ਪੁੱਛਿਆ ਵੀ ਇਹ ਪਿੰਡ ਕਿਹਦਾ ਹੈ। ਹਾਂਜੀ, ਕਹੈ ਸੋ ਨਰ ਜਗ ਗੁਰ ਗਤ ਦਾਈ। ਤੇ ਉਹ ਮਨੁੱਖ ਨੇ ਆਖਿਆ ਇਹ ਪਿੰਡ ਹੈ ਜਗਤ ਦੇ ਗੁਰੂ ਦਾ। ਗੱਜ ਕੇ ਆਖੋ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਹਾਂਜੀ, ਸ਼੍ਰੀ ਨਾਨਕ ਜੋ ਤਪਾ ਕਹਾਈ। ਭਾਈ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਆ ਨਾ, ਜਿਨ੍ਹਾਂ ਦਾ ਨਾਮ ਹੈ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਜਿਹੜੇ ਸਾਰੇ ਜਗਤ ਦੇ ਗੁਰੂ ਨੇ, ਇਹ ਉਹਨਾਂ ਦਾ ਪਿੰਡ ਹੈ। ਉਹ ਰਹਿੰਦੇ ਆ ਇੱਥੇ। ਹਾਂਜੀ, ਬਹੁ ਨਰ ਦੂਰ ਦੇਸ ਤੇ ਆਵਹਿ। ਉਹ ਮਨੁੱਖ ਕਹਿਣ ਲੱਗਾ ਬੜੇ ਬੜੇ ਦੂਰੋਂ ਮਨੁੱਖ ਆਉਂਦੇ ਆ ਉਹਨਾਂ ਦੇ ਦਰਸ਼ਨਾਂ ਵਾਸਤੇ। ਹਾਂਜੀ, ਦਰਸ ਕਰਹਿ ਨਿਜ ਇਛ ਪੁਜਾਵਹਿ। ਦਰਸ਼ਨ ਕਰਦੇ ਆ। ਤੇ ਉਹਨੇ ਉਸਤਤ ਪਤਾ ਕਿਵੇਂ ਸੁਣਾਈ ਸੁਣਾਉਣ ਵਾਲੇ ਨੇ? ਉਹਨੇ ਆਖਿਆ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਉਹਨਾਂ ਦੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ। ਸਾਧ ਸੰਗਤ ਜੀ ਮਹਾਰਾਜ ਤੇ ਬੜੇ ਵੱਡੇ ਐ। ਸਤਿਗੁਰਾਂ ਦੇ ਅਸਥਾਨ ਦੇ ਵੀ ਜਿਹੜਾ ਦਰਸ਼ਨ ਕਰ ਲਏ, ਉਹਨਾਂ ਦੀਆਂ ਵੀ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਜੇ। ਹਾਂਜੀ, ਨਿਜ ਉਪਦੇਸਿਓ ਜਗ ਮਹਿ ਨਾਮੋ। ਭਾਈ ਜਿਨ੍ਹਾਂ ਨੇ ਇਸ ਜਗਤ ਵਿੱਚ ਵਾਹਿਗੁਰੂ ਦੇ ਨਾਮ ਦਾ ਉਪਦੇਸ਼ ਦਿੱਤਾ, ਸਾਰਿਆਂ ਨੂੰ ਨਾਮ ਨਾਲ ਜੋੜਿਆ। ਹਾਂਜੀ, ਤਿੰਨ ਕੋ ਜਾਨ ਲਿਹੋ ਇਹੋ ਗ੍ਰਾਮੋ। ਉਹਨਾਂ ਦਾ ਇਹ ਪਿੰਡ ਹੈ, ਉਹਨਾਂ ਦਾ ਇਹ ਪਿੰਡ ਹੈ। ਤੇ ਹੁਣ ਤੁਸੀਂ ਸੋਚੋ ਕਿ ਗੁਰੂ ਅੰਗਦ ਦੇਵ ਸਾਹਿਬ ਭਾਈ ਲਹਿਣਾ ਜੀ ਤੇ ਪਹਿਲਾਂ ਹੀ ਉਹਨਾਂ ਦੇ ਦਰਸ਼ਨਾਂ ਵਾਸਤੇ ਇਸ ਤਰ੍ਹਾਂ ਜਿਵੇਂ ਭੌਰਾ ਫੁੱਲ ਨੂੰ ਲੱਭਦਾ, ਜਿਵੇਂ ਪਿਆਸਾ ਹਿਰਨ ਪਾਣੀ ਨੂੰ ਲੱਭਦਾ, ਤੇ ਮਹਾਰਾਜ ਨੂੰ ਕਿੰਨੀ ਖੁਸ਼ੀ ਹੋਈ ਹੋਏਗੀ। ਪਰ ਗੁਰੂ ਅੰਗਦ ਸਾਹਿਬ ਜੀ ਨੇ ਤੇ ਅਜੇ ਬਚਨ ਕਰਨਾ ਹੈ। ਗੁਰੂ ਅੰਗਦ ਸਾਹਿਬ ਜੀ ਤੋਂ ਪਹਿਲਾਂ ਜਿਹੜੇ ਲਾਗੇ ਮਨੁੱਖ ਖਲੋਤੇ ਸੀ ਨਾ, ਉਹ ਮਹਾਰਾਜ ਨੂੰ ਕਹਿਣ ਲੱਗੇ, ਸੁਣ ਲਹਿਣੇ ਕੈ ਸੰਗੀ ਕਹੀ। ਸੁਣ ਕੇ ਸੰਗੀ ਸਾਥੀ ਕਹਿਣ ਲੱਗੇ, ਜਿਸ ਕੇ ਸ਼ਬਦ ਪੜਤ ਤੂੰ ਰਹੀ। ਕਹਿੰਦੇ ਭਾਈ ਜਿਨ੍ਹਾਂ ਦੇ ਸ਼ਬਦ ਤੁਸੀਂ ਪੜ੍ਹਦੇ ਰਹਿੰਦੇ ਹੋ, ਜਿਨ੍ਹਾਂ ਦੀ ਬਾਣੀ ਪੜ੍ਹਦੇ ਹੋ ਤੁਸੀਂ। ਹਾਂਜੀ, ਦਰਸ਼ਨ ਨਿਤ ਪ੍ਰਤ ਹਿਰਦੇ ਚਾਹਤ ਹੈ। ਤੇ ਜਿਨ੍ਹਾਂ ਦੇ ਦਰਸ਼ਨਾਂ ਨੂੰ ਤੁਸੀਂ ਰੋਜ਼ ਚਾਹੁੰਦੇ ਹੋ, ਜਿਨ੍ਹਾਂ ਦੇ ਦਰਸ਼ਨਾਂ ਦੀ ਇੱਛਾ ਹੈ ਤੁਹਾਡੇ ਮਨ ਵਿੱਚ, ਸੋ ਸ਼੍ਰੀ ਨਾਨਕ ਇਹਾਂ ਬਸਤ ਹੈ। ਉਹ ਗੁਰੂ ਨਾਨਕ ਸਾਹਿਬ ਇੱਥੇ ਰਹਿੰਦੇ ਆ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ, ਸੁਨ ਹਰਖਿਓ ਨਹਿ ਅੰਗ ਸਮਾਵਹਿ। ਤੇ ਭਾਈ ਲਹਿਣਾ ਜੀ ਇੰਨੇ ਖੁਸ਼ ਹੋਏ, ਇੰਨੇ ਖੁਸ਼ ਹੋਏ। ਇਸ ਪਿੰਡ ਵਿੱਚ ਗੁਰੂ ਨਾਨਕ ਸਾਹਿਬ ਰਹਿੰਦੇ ਆ।
ਪਿਆਰਿਓ ਇੰਨੇ ਖੁਸ਼ ਹੋਏ, ਖੁਸ਼ੀ ਨਾਲ ਅੰਗਾਂ ਦੇ ਵਿੱਚ ਨਹੀਂ ਸੀ ਸਮਾਉਂਦੇ, ਇੰਨੇ ਜ਼ਿਆਦਾ ਪ੍ਰਸੰਨ ਚਿੱਤ ਹੋ ਗਏ। ਜਿਉ ਕਿਰਪਨ ਕੋ ਧਨ ਬਹੁ ਪਾਵਹਿ। ਜਿਵੇਂ ਬੜਾ ਕੰਜੂਸ ਬੰਦਾ ਹੋਵੇ, ਇੱਕਦਮ ਉਹਨੂੰ ਮਾਇਆ ਮਿਲੇ ਤੇ ਉਹ ਕੰਜੂਸ ਬੰਦੇ ਦੀ ਖੁਸ਼ੀ ਦਾ ਅੰਤ ਨਹੀਂ ਨਾ ਹੁੰਦਾ, ਐਵੇਂ ਹੀ ਧੰਨ ਗੁਰੂ ਅੰਗਦ ਸਾਹਿਬ ਜੀ ਦੀ ਖੁਸ਼ੀ ਦਾ ਅੰਤ ਨਹੀਂ ਹੈ। ਹਾਂਜੀ। ਭਇਓ ਠਾਂਡ ਨਿਜ ਸਾਥ ਅਗਾਰੀ। ਤੇ ਸਾਧ ਸੰਗਤ ਜੀ ਆਪਣੇ ਸਾਥੀਆਂ ਨੂੰ ਆਖਿਆ, ਕਹਿਣ ਲੱਗਾ ਭਾਈ ਕਹਿਣ ਲੱਗੇ ਤੁਸੀਂ ਇੱਥੇ ਹੀ ਖਲੋ ਜਾਓ। ਹਾਂਜੀ। ਸਭ ਹਿਨ ਸੋ ਅਸ ਗਿਰਾ ਉਚਾਰੀ। ਹਾਂਜੀ। ਦੋਹਰਾ ਠਹਿਰਿਓ ਇਹ ਠਾਂ ਤੁਮ ਸਭੈ ਹਉ ਦਰਸ਼ਨ ਕਰ ਆਏ। ਕਹਿਣ ਲੱਗੇ ਪਹਿਲਾਂ ਤੁਸੀਂ ਇੱਥੇ ਖਲੋ ਜਾਓ, ਤੁਸੀਂ ਇੱਥੇ ਠਹਿਰੋ, ਪਹਿਲਾਂ ਮੈਂ ਉਹਨਾਂ ਦੇ ਦਰਸ਼ਨ ਕਰਕੇ ਆਉਣਾ ਹਾਂ। ਬਾਹਰੋਂ ਡੇਰਾ ਕਰੈ ਮਿਲ ਕਿਦੋਂ ਅਗਾਰੀ ਜਾਏ। ਪਹਿਲਾਂ ਮੈਂ ਦਰਸ਼ਨ ਕਰਕੇ ਆਉਣਾ, ਉਹਨਾਂ ਦੇ ਦਰਸ਼ਨ ਹੋ ਗਏ, ਫਿਰ ਆਪਾਂ ਇੱਥੇ ਰਵਾਂਗੇ, ਫਿਰ ਅੱਗੇ ਦੇਵੀ ਜੀ ਦੇ ਦਰਸ਼ਨ ਕਰਨ ਜਾਵਾਂਗੇ। ਪਤਾ ਨਹੀਂ ਸੀ ਵੀ ਇੱਥੇ ਹੀ ਰਹਿ ਪੈਣਾ ਹੈ। ਜਿਸ ਜ਼ਿੰਦਗੀ ਦੇ ਲਕਸ਼ ਨੂੰ ਲੱਭਦੇ ਸਨ, ਉਹ ਲਕਸ਼ ਇਹੋ ਹੀ ਹੈ। ਬਸ ਵੱਡੇ ਭਾਗ ਹੁੰਦੇ ਉਹਨਾਂ ਮਨੁੱਖਾਂ ਦੇ ਜਿਹੜੇ ਇੱਧਰ ਉੱਧਰ ਜਾਂਦੇ ਆ ਵੀ ਗੁਰੂ ਨਾਨਕ ਦੇ ਘਰ ਆ ਜਾਂਦੇ ਆ। ਜਿਹੜੇ ਗੁਰੂ ਨਾਨਕ ਸਾਹਿਬ ਦੇ ਘਰ ਆ ਜਾਂਦੇ ਆ, ਜਿਹੜੀ ਜ਼ਿੰਦਗੀ ਦਾ ਲਕਸ਼ ਹੈ ਉਹ ਇੱਥੇ ਹੀ ਪ੍ਰਾਪਤ ਹੋਣਾ। ਹਿੰਦੂ ਧਰਮ ਦਾ ਬੜਾ ਵੱਡਾ ਸੰਤ ਉਹ ਦਰਬਾਰ ਸਾਹਿਬ ਆਇਆ, ਸਾਧ ਸੰਗਤ ਜੀ, ਉਹਨੇ ਆ ਕੇ ਨਮਸਕਾਰ ਕੀਤੀ ਔਰ ਬਾਅਦ ਵਿੱਚ ਉਹਨੇ ਕਿਹਾ ਸਾਰੀ ਉਮਰ ਖਾਕ ਹੀ ਛਾਣੀ ਹੈ, ਤਤ ਤੇ ਗੁਰੂ ਨਾਨਕ ਦੇ ਘਰ ਵਿੱਚ ਸੀ। ਔਰ ਉਹਨੇ ਇੱਕ ਗੱਲ ਕਹੀ, ਕਹਿਣ ਲੱਗਾ ਹੁਣ ਮੈਨੂੰ ਇੱਕ ਜਨਮ ਹੋਰ ਲੈਣਾ ਪਏਗਾ ਵਾਹਿਗੁਰੂ ਮੰਤਰ ਦੇ ਅਭਿਆਸ ਵਾਸਤੇ, ਗੁਰੂ ਨਾਨਕ ਸਾਹਿਬ ਦਾ ਸਿੱਖ ਬਣਨ ਵਾਸਤੇ, ਫਿਰ ਮੇਰੀ ਮੁਕਤੀ ਹੋਏਗੀ। ਸੋ ਇਹ ਨਹੀਂ ਸੀ ਪਤਾ ਇਹੋ ਹੀ ਜੀਵਨ ਦੀ ਮੰਜ਼ਿਲ ਹੈ। ਕਹਿਣ ਲੱਗੇ ਫਿਰ ਅੱਗੇ ਜਾਵਾਂਗੇ। ਚੌਪਈ ਅਸ ਕਹਿ ਗ੍ਰਾਮ ਸਮੂਹੇ ਗਮਨੰ। ਇਹ ਕਹਿ ਕੇ ਤੇ ਭਾਈ ਲਹਿਣਾ ਜੀ ਉਸ ਪਿੰਡ ਦੇ ਅੰਦਰ ਦਾਖਲ ਹੋ ਗਏ ਜੀ। ਹਾਂਜੀ। ਮਨ ਮੈਂ ਗੁਣੀ ਗੁਰੂ ਗੁਣ ਭਵਨੰ। ਤੇ ਉਹ ਮਨੁੱਖ ਵੀ ਅੱਗੇ ਲੰਘ ਗਿਆ ਜਿਹਨੇ ਦੱਸਿਆ ਸੀ। ਤੇ ਹੁਣ ਨਾ ਭਾਈ ਲਹਿਣਾ ਜੀ ਪਿੰਡ ਵਿੱਚ ਤੁਰੇ ਜਾਂਦੇ ਆ, ਤੇ ਤੁਰਦਿਆਂ ਤੁਰਦਿਆਂ ਮਨ ਵਿੱਚ ਨਾ ਗੁਰੂ ਨਾਨਕ ਸਾਹਿਬ ਦਾ ਪਿਆਰ ਹੈ ਜੀ। ਮਹਾਰਾਜ ਦੀ ਬਾਣੀ ਨੂੰ ਚੇਤਾ ਕਰਦੇ ਆ, ਤੇ ਚੇਤਾ ਕਰਦੇ ਜਿਨ੍ਹਾਂ ਦੀ ਬਾਣੀ ਵਿੱਚ ਇੰਨੀ ਠੰਡ ਹੈ ਉਹ ਆਪ ਕਿੱਡੇ ਵਧੀਆ ਹੋਣਗੇ। ਹਾਂਜੀ। ਸੇਵਕ ਹਮਰਾ ਆਵਤ ਸੋਈ। ਉਧਰ ਸੁਣੋ, ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਆਪਣੇ ਘਰ ਵਿੱਚ ਬੈਠੇ ਵਿਚਾਰ ਕਰਦੇ ਆ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਸਾਹਿਬ ਨੂੰ ਇੰਜ ਵੇਖ ਰਿਹਾ ਜਿਵੇਂ ਅੱਗੇ ਟੀਵੀ ਚੱਲ ਰਿਹਾ ਹੁੰਦਾ। ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਧ ਸੰਗਤ ਜੀ ਵਿਚਾਰ ਕਰਦੇ ਆ ਵੀ ਸਾਡਾ ਸੇਵਕ ਆ ਰਿਹਾ। ਹਾਂਜੀ। ਮੋਹੇ ਰਾਜ ਕਾ ਧਨੀ ਜੋ ਹੋਈ। ਉਹ ਸੇਵਕ ਆ ਰਿਹਾ ਜਿਹਨੇ ਸਾਡੇ ਰਾਜ ਦਾ ਰਾਜਾ ਬਣਨਾ, ਧਨੀ ਬਣਨਾ ਹੈ। ਹਾਂਜੀ। ਨਿਜ ਆਸਨ ਤਜ ਕਰ ਤਬ ਆਏ। ਤੇ ਪਿਆਰ ਨਾਲ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੇ ਆਸਣ ਤੋਂ ਉੱਠ ਗਏ ਸੱਚੇ ਪਾਤਸ਼ਾਹ, ਆਪਣੇ ਪਿਆਰੇ ਸੇਵਕ ਨੂੰ ਲੈਣ ਵਾਸਤੇ। ਗੱਲ ਤੇ ਅੰਦਰ ਦੇ ਪਿਆਰ ਦੀ ਹੈ ਸਾਰੀ ਸਾਧ ਸੰਗਤ ਜੀ। ਮਹਾਰਾਜ ਆਪਣਾ ਆਸਣ ਛੱਡ ਕੇ ਉੱਪਰ ਉੱਠੇ ਹਨ। ਵਹਿਰ ਗ੍ਰਾਮ ਠਾਂਡੇ ਇੱਕ ਥਾਏ। ਤੇ ਪਿੰਡ ਦੇ ਬਾਰ-ਬਾਰ ਮਹਾਰਾਜ ਇੱਕ ਥਾਂ ਤੇ ਪਹਿਲਾਂ ਹੀ ਖਲੋ ਗਏ ਸਨ ਜੀ। ਭਾਈ ਗੁਰਦਾਸ ਜੀ ਲਿਖਦੇ ਨੇ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤ ਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਕਹਿੰਦੇ ਉਹ ਸਿੱਖਾ, ਤੂੰ ਆਪਣੇ ਚਰਨਾਂ ਨਾਲ ਗੁਰੂ ਸਾਹਿਬ ਵੱਲ ਇੱਕ ਕਦਮ ਪੁੱਟਦਾ ਤੇ ਗੁਰੂ ਸਾਹਿਬ ਕਰੋੜਾਂ ਕਦਮ ਅੱਗੇ ਲੈਣ ਆਉਂਦੇ ਆ। ਔਰ ਇਹ ਸੱਚ ਹੈ, ਬੰਦਾ ਇਮਾਨਦਾਰੀ ਰੱਖ ਕੇ ਵੇਖੇ, ਗੁਰੂ ਸਾਹਿਬ ਮਹਾਰਾਜ ਜੀ ਵੱਲ ਆ ਕੇ ਵੇਖੇ,
ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਕਰੋੜਾਂ ਕਦਮ ਅੱਗੇ ਹੋ ਕੇ ਲੈਂਦੇ ਆ। ਮਹਾਰਾਜ ਆਪ ਲੈਣ ਆਉਂਦੇ ਆ। ਭਾਵ ਬੰਦਾ ਜਦੋਂ ਇਸ ਰਸਤੇ ਤੇ ਤੁਰਦਾ, ਬੰਦੇ ਨੇ ਤੇ ਕਦਮ ਹੀ ਪੁੱਟਣਾ, ਅੱਗੋਂ ਗੁਰੂ ਨੇ ਆਪੇ ਹੀ ਕਿਰਪਾ ਕਰ ਦੇਣੀ ਹੈ। ਅੱਗੋਂ ਮਹਾਰਾਜ ਆਪੇ ਕਿਰਪਾ ਕਰਦੇ, ਦਇਆ ਕਰਦੇ ਆ। ਸੋ ਕਵੀ ਰਾਜ ਲਿਖਦੇ ਆ, ਕਹਿੰਦੇ ਆ ਮਹਾਰਾਜ ਆਪ ਪਿੰਡ ਦੇ ਬਾਹਰ ਜਾ ਕੇ ਪਹਿਲਾਂ ਹੀ ਖਲੋ ਗਏ ਸਨ। ਹਾਂਜੀ, ਮਿਲੇ ਸਰਬ ਤੇ ਹੋਏ ਨਿਆਰੇ। ਉਧਰੋਂ ਸ੍ਰੀ ਨੈਣਾ ਜੀ ਸਾਧ ਸੰਗਤ ਜੀ ਸਾਰਿਆਂ ਤੋਂ ਵੱਖਰੇ ਹੋ ਕੇ ਤੁਰੇ ਜਾ ਰਹੇ ਆ। ਇੱਕ ਪਾਸੇ ਮਹਾਰਾਜ ਪਹਿਲਾਂ ਹੀ ਖਲੋਤੇ ਆ। ਹਾਂਜੀ, ਸ਼੍ਰੀ ਨਾਨਕ ਲਹਿਣੇ ਨਿਜ ਪਿਆਰੇ। ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਲੈਣਾ ਜੀ ਆਪਣੇ ਬੜੇ ਪਿਆਰੇ ਨੇ, ਬੜੇ ਪਿਆਰੇ ਨੇ। ਹਾਂਜੀ, ਦੋਹਰਾ ਅਵਲੋਕਤ ਬੋਲਿਓ ਤਬੈ ਸ਼੍ਰੀ ਨਾਨਕ ਗੁਣ ਖਾਨ। ਹੁਣ ਭਾਈ ਲਹਿਣਾ ਜੀ ਨੇ ਸਾਹਮਣੇ ਖਲੋਤੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ ਜੀ। ਪਰ ਇਹ ਨਹੀਂ ਪਤਾ ਕਿ ਗੁਰੂ ਨਾਨਕ ਸਾਹਿਬ ਇਹੋ ਹੀ ਨੇ। ਸਾਹਮਣੇ ਵੇਖ ਕੇ ਇੰਜ ਕਹਿਣ ਲੱਗੇ, ਤਿੰਨ ਦਰਸ਼ਨ ਕੀ ਚਾਹੇ ਮੁਝ ਅਹ ਸੋ ਕੌਨੈ ਥਾਨ। ਕਹਿਣ ਲੱਗੇ ਭਾਈ ਤੁਸੀਂ ਗੁਰੂ ਨਾਨਕ ਸਾਹਿਬ ਜੀ ਨੂੰ ਜਾਣਦੇ ਹੋ? ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਦੀ ਬੜੀ ਇੱਛਾ ਹੈ ਮੇਰੀ। ਉਹ ਕਿੱਥੇ ਰਹਿੰਦੇ ਆ? ਹਾਂਜੀ, ਚਉਪਈ ਸ਼੍ਰੀ ਪ੍ਰਭ ਸੁਨ ਕੈ ਬੈਨ ਉਚਾਰੇ। ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਮੁਸਕਰਾ ਪਏ। ਸਤਿਗੁਰੂ ਨੇ ਇਹ ਨਹੀਂ ਦੱਸਿਆ ਵੀ ਮੈਂ ਹੀ ਆ ਗੁਰੂ ਨਾਨਕ ਸਾਹਿਬ। ਬੰਦਾ ਅੱਗੋਂ ਕਹਿੰਦਾ ਜੀ ਹਾਂਜੀ ਮੈਂ ਹੀ ਹਾਂ ਜੀ। ਮਹਾਰਾਜ ਸੱਚੇ ਪਾਤਸ਼ਾਹ ਨੇ ਅੱਗੋਂ ਇਸ ਤਰ੍ਹਾਂ ਆਖਿਆ, ਆਵਹੁ ਤੁਮ ਹਮਰੇ ਸੰਗਾਰੇ। ਮਹਾਰਾਜ ਕਹਿੰਦੇ ਭਾਈ ਜੇ ਮਿਲਣਾ ਤੇ ਸਾਡੇ ਨਾਲ ਆ ਜਾ। ਕਹਿਣ ਲੱਗੇ ਸਾਡੇ ਨਾਲ ਆ ਜਾ। ਸ਼੍ਰੀ ਨਾਨਕ ਕੋ ਦਿਓ ਦਿਖਾਏ। ਸ਼੍ਰੀ ਨਾਨਕ ਤੈਨੂੰ ਵਿਖਾ ਦਿੰਨੇ ਆ। ਮਹਾਰਾਜ ਕਹਿਣ ਲੱਗੇ ਹਾਂਜੀ, ਜਿਹ ਕੋ ਤੂੰ ਬੂਝਤ ਹਿਤ ਲਾਏ। ਬੜੇ ਪਿਆਰ ਨਾਲ ਤੁਸੀਂ ਪਤਾ ਪੁੱਛ ਰਹੇ ਹੋ ਤੇ ਵਿਖਾ ਹੀ ਦਿੰਨੇ ਆ। ਮਹਾਰਾਜ ਕਹਿੰਦੇ ਹਾਂਜੀ, ਆਸ ਕਹਿ ਸ਼੍ਰੀ ਗੁਰ ਚੱਲੇ ਅਗਾਰੀ। ਇਹ ਕਹਿ ਕੇ ਧੰਨ ਗੁਰੂ ਨਾਨਕ ਸਾਹਿਬ ਅੱਗੇ ਤੁਰ ਪਏ, ਅੱਗੇ ਅੱਗੇ। ਇਹ ਬਾਜਨ ਪਰ ਜਾਏ ਪਿਛਾਰੀ। ਤੇ ਸਾਧ ਸੰਗਤ ਜੀ ਇਹ ਬਾਜਨ ਪਰ ਜਾਏ ਪਿਛਾਰੀ। ਸ੍ਰੀ ਲਹਿਣਾ ਜੀ ਘੋੜੇ ਤੇ ਚੜੇ ਪਿੱਛੇ ਪਿੱਛੇ ਆ ਰਹੇ ਆ। ਆਪਣੀ ਸਵਾਰੀ ਤੇ ਘੋੜੀ ਤੇ ਵੀ ਕਹਿ ਸਕਦੇ ਆ। ਬਾਜਨ ਬਾਜ ਹੋਵੇ ਤੇ ਘੋੜਾ, ਬਾਜਨ ਹੋਵੇ ਤੇ ਘੋੜੀ। ਇਹ ਘੋੜੀ ਤੇ ਬੈਠੇ ਆ, ਪਿੱਛੇ ਪਿੱਛੇ ਆ ਰਹੇ ਆ। ਪਹੁੰਚੇ ਜਬ ਸਮੀਪ ਧਰਮਸ਼ਾਲਾ। ਤੇ ਸਾਧ ਸੰਗਤ ਜੀ ਜਦੋਂ ਧਰਮਸ਼ਾਲਾ ਦੇ ਨੇੜੇ ਪਹੁੰਚ ਗਏ ਨਾ, ਨੇੜੇ ਹਾਂਜੀ, ਬੋਲੇ ਠਾਂਡੇ ਹੋਏ ਕਿਰਪਾਲਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸ੍ਰੀ ਲਹਿਣਾ ਜੀ ਨੂੰ ਇੰਜ ਕਹਿਣ ਲੱਗੇ, ਵਡਵਾ ਪਰ ਤੇ ਅਬ ਉਤਰੀਜੈ। ਮਹਾਰਾਜ ਕਹਿਣ ਲੱਗੇ ਉਤਰ ਜੋ, ਆਪਣੀ ਸਵਾਰੀ ਤੋਂ ਉਤਰੋ। ਇਸ ਕਾਸ਼ਟ ਕੇ ਸੰਗ ਬਧੀਜੈ। ਤੇ ਮਹਾਰਾਜ ਕਹਿੰਦੇ ਇਸ ਲੱਕੜ ਦੇ ਕਿੱਲੇ ਨਾਲ ਬੰਨ ਦਿਓ, ਇਹਦੇ ਨਾਲ ਬੰਨ ਦਿਓ ਘੋੜਾ ਆਪਣਾ। ਹਾਂਜੀ, ਤੁਮਰੇ ਸਨਮੁਖ ਹੈ ਦਰ ਜੋ। ਤੇ ਆਪ ਗੁਰੂ ਨਾਨਕ ਸਾਹਿਬ ਦੱਸ ਰਹੇ ਆ। ਮਹਾਰਾਜ ਕਹਿੰਦੇ ਉਹ ਤੁਹਾਡੇ ਸਾਹਮਣੇ ਜਿਹੜਾ ਦਰਵਾਜ਼ਾ ਹੈ ਨਾ, ਹਾਂਜੀ, ਪ੍ਰਵਿਸ਼ਹੁ ਤਿਸ ਮਹਿ ਦਰਸਹੁ ਸੋ। ਜਦੋਂ ਉਸ ਦਰਵਾਜ਼ੇ ਦੇ ਅੰਦਰ ਜਾਓਗੇ ਅੱਗੇ ਗੁਰੂ ਨਾਨਕ ਦੇ ਦਰਸ਼ਨ ਹੋ ਜਾਣਗੇ। ਇਹ ਨਹੀਂ ਪਤਾ ਵੀ ਇਹੋ ਹੀ ਨੇ। ਹਾਂਜੀ, ਦੋਹਰਾ ਇਸ ਪ੍ਰਕਾਰ ਮਰਦ ਬਚਨ ਕਹਿ ਤਹ ਤੇ ਆਗੇ ਜਾਏ। ਇਸ ਤਰ੍ਹਾਂ ਦੇ ਕੋਮਲ ਬਚਨ ਕਹਿ ਕੇ ਤੇ ਸਾਧ ਸੰਗਤ ਮਹਾਰਾਜ ਥੋੜੀ ਆਪ ਅੱਗੇ ਚਲੇ ਗਏ। ਲਗ ਦਰ ਧਰਮਸ਼ਾਲਾ ਦੁਤੀਏ ਪ੍ਰਵਿਸ਼ੇ ਗੁਰ ਗਤ ਦਾਏ। ਤੇ ਧਰਮਸ਼ਾਲਾ ਦਾ ਇੱਕ ਛੋਟਾ ਦਰਵਾਜ਼ਾ ਹੈਗਾ ਜੀ, ਛੋਟਾ ਦਰਵਾਜ਼ਾ ਸੀ। ਛੋਟੇ ਦਰਵਾਜ਼ੇ ਰਾਹੀਂ ਮਹਾਰਾਜ ਆਪ ਅੰਦਰ ਚਲੇ ਗਏ ਤੇ ਆਪ ਆਸਣ ਤੇ ਬੈਠ ਗਏ ਜੀ। ਹਾਂਜੀ, ਚਉਪਈ ਅੰਤਰ ਜਾਏ ਸਿੰਘਾਸਨ ਬੈਸੇ। ਅੰਦਰ ਜਾ ਕੇ ਪਹਿਲਾਂ ਹੀ ਮਹਾਰਾਜ ਸਿੰਘਾਸਣ ਤੇ ਬੈਠ ਕੇ ਹੁਣ ਉਹ ਸਵਾਰੀ ਨੂੰ ਪਸ਼ੂ ਨੂੰ ਬੰਨ੍ਹਦਿਆਂ ਸਮਾਂ ਲੱਗਣਾ ਸੀਗਾ। ਹਾਂਜੀ, ਧਰਿਓ ਸਰੀਰ ਸ਼ਾਂਤ ਰਸ ਜੈਸੇ। ਐ ਚੌਂਕੜਾ ਮਾਰ ਕੇ ਪਿਆਰ ਨਾਲ ਸੱਚੇ ਪਾਤਸ਼ਾਹ ਬੈਠ ਗਏ ਹਨ। ਬਾਂਧ ਤੁਰੰਗਨ ਲਹਿਣੋ ਗਇਓ। ਤੇ ਸਾਧ ਸੰਗਤ ਜੀ ਉਹ ਆਪਣੀ ਸਵਾਰੀ ਬੰਨ ਕੇ
ਤੇ ਭਾਈ ਲਹਿਣਾ ਜੀ ਅੰਦਰ ਗਏ ਹਨ। ਸ਼੍ਰੀ ਨਾਨਕ ਕੋ ਦੇਖਤ ਭਇਓ। ਤੇ ਅੱਗੇ ਜਾ ਕੇ ਕੀ ਵੇਖਿਆ? ਅੱਗੇ ਜਾ ਕੇ ਵੇਖਿਆ ਉਹੋ ਹੀ ਗੁਰੂ ਨਾਨਕ ਸਾਹਿਬ ਦੇ ਆਸਣ ਤੇ ਬੈਠੇ ਆ ਜਿਹੜੇ ਆਪ ਤੁਰ ਕੇ ਅੱਗੇ ਅੱਗੇ ਆਏ ਆ। ਹਾਂਜੀ, ਸ਼ਰਨ ਸ਼ਰਨ ਕਹਿ ਬੰਧਨ ਕੀਨੀ। ਪੈਰਾਗ ਆ ਗਿਆ। ਸ਼ਰਨ ਸ਼ਰਨ ਕਹਿ ਕੇ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਮੱਥਾ ਟੇਕਿਆ ਜੀ। ਆ ਪਹਿਲਾ ਮੱਥਾ ਚੇਤਾ ਰੱਖਿਓ, ਇਹ ਪਹਿਲੀ ਨਮਸਕਾਰ ਹੈ ਜਿਹੜੀ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਕੀਤੀ ਹੈ। ਇਹਦੇ ਤੋਂ ਬਾਅਦ ਸੇਵਾ ਇੰਨੀ ਕਰਨੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣਾ ਜੀ ਨੂੰ ਮੱਥਾ ਟੇਕ ਦੇਣਾ ਜੀ। ਇੰਨੀ ਸੇਵਾ ਕਰਨੀ ਹੈ। ਹਾਂਜੀ, ਅਤ ਸ਼ਰਦਾ ਮਹਿ ਮਤ ਜਿਹ ਭੀਨੀ। ਸ਼ਰਦਾ ਦੇ ਵਿੱਚ ਮਤ ਭਿੱਜੀ ਹੋਈ ਹੈ। ਪਿਆਰ ਵਿੱਚ ਸ੍ਰੀ ਲਹਿਣਾ ਜੀ ਦੀ ਜਿਹੜੀ ਮਤ ਹੈ ਉਹ ਭਿੱਜੀ ਹੋਈ ਹੈ। ਬੈਠ ਪਛਾਨਿਓ ਹੈ ਇਹ ਸੋਈ। ਤੇ ਪਛਾਣਿਆ ਇਹ ਤਾਂ ਉਹੋ ਹੀ ਨੇ, ਇਹ ਤਾਂ ਉਹੋ ਹੀ ਨੇ ਜਿਨ੍ਹਾਂ ਨੇ ਆਪ ਅੱਗੇ ਅੱਗੇ ਪੈਦਲ ਤੁਰੇ ਤੇ ਮੈਂ ਸਵਾਰੀ ਦੇ ਉੱਤੇ ਚੜ੍ਹ ਕੇ ਆਉਂਦਾ ਰਿਹਾ। ਹਾਂਜੀ, ਪੰਥ ਬਤਾਵਤ ਆਵਤ ਜੋਈ। ਇਹ ਤਾਂ ਉਹੋ ਹੀ ਨੇ ਜਿਨ੍ਹਾਂ ਨੇ ਰਾਹ ਦੱਸਿਆ। ਹਾਂਜੀ, ਅਚਰਜ ਗੁਣ ਕੈ ਭਇਓ ਹਰਾਨਾ। ਤੇ ਭਾਈ ਲਹਿਣਾ ਜੀ ਫਿਰ ਬੜੇ ਹੈਰਾਨ ਹੋਏ। ਹਾਂਜੀ, ਔਗਣ ਬਡੋ ਆਪ ਤੇ ਜਾਨਾ। ਆਪਣੇ ਆਪ ਦਾ ਬੜਾ ਵੱਡਾ ਔਗੁਣ ਜਾਣਿਆ। ਇਹ ਪਿਆਰ ਵਾਲੇ ਹੀ ਜਾਣਦੇ ਆ ਵੀ ਉਹ ਨੀਵੇਂ ਤੇ ਮੈਂ ਉੱਚਾ। ਇਹ ਤੇ ਮੇਰੇ ਕੋਲੋਂ ਭੁੱਲ ਹੋ ਗਈ ਬੜੀ ਵੱਡੀ। ਪਿਆਰ ਵਾਲੇ ਇਹਨਾਂ ਗੱਲਾਂ ਨੂੰ ਸੋਚਦੇ, ਜਿਨ੍ਹਾਂ ਦੇ ਹਿਰਦੇ ਵਿੱਚ ਪਿਆਰ ਨਹੀਂ ਹੈ ਉਹਨਾਂ ਲਈ ਕੋਈ ਅਸਰ ਨਹੀਂ ਹੈਗਾ ਜੀ। ਹਾਂਜੀ, ਹਿਰਦੇ ਬਸੂਰਤ ਜੇ ਹਉ ਜਾਣਤ। ਜਦੋਂ ਇਸ ਗੱਲ ਦਾ ਪੱਕਾ ਨਿਸ਼ਚਾ ਹੋ ਗਿਆ, ਇਹੋ ਹੀ ਗੁਰੂ ਨਾਨਕ ਸਾਹਿਬ ਨੇ, ਤੇ ਸ਼੍ਰੀ ਲਹਿਣਾ ਜੀ ਆਪਣੇ ਮਨ ਵਿੱਚ ਝੂਰਨ ਲੱਗ ਪਏ ਜੀ, ਪਛਤਾਉਣ ਲੱਗ ਪਏ ਜੀ। ਹਾਂਜੀ, ਉੱਤਰ ਤੁਰੰਗਨ ਬੰਧਨ ਠਾਨਤ। ਵੀ ਮੈਂ ਘੋੜੀ ਤੋਂ ਉਤਰ ਕੇ ਮੱਥਾ ਵੀ ਨਹੀਂ ਟੇਕਿਆ, ਮੈਨੂੰ ਤੇ ਮੱਥਾ ਟੇਕਣਾ ਚਾਹੀਦਾ ਸੀ। ਹਾਂਜੀ, ਦੋਹਰਾ ਭੀਤ ਗਇਓ ਬਿਸਮਾਦਿਓ ਨਹਿ ਬੋਲੇ ਕਛੂ ਬੈਨ। ਜੇ ਮੈਨੂੰ ਪਤਾ ਹੁੰਦਾ ਮੈਂ ਘੋੜੀ ਤੋਂ ਉਤਰ ਕੇ ਮੱਥਾ ਟੇਕਦਾ। ਹੁਣ ਮਨ ਵਿੱਚ ਸੋਚਿਆ, ਮੱਥਾ ਟੇਕਿਆ ਤੇ ਡਰ ਗਏ ਜੀ ਸਾਧ ਸੰਗਤ ਜੀ, ਭੈ ਆ ਗਿਆ। ਕਿਉਂਕਿ ਗੁਰੂ ਨਾਨਕ ਸਾਹਿਬ ਦੀ ਹਸਤੀ ਦਾ ਪਤਾ ਹੈ, ਗੁਰੂ ਨਾਨਕ ਸਾਹਿਬ ਬੜੇ ਵੱਡੇ ਹੈ, ਪਰ ਦਰਸ਼ਨ ਨਹੀਂ ਸੀ ਕੀਤੇ। ਇਹਨੂੰ ਕਹਿੰਦੇ ਆ ਬੰਦਾ ਜਾਣਦਾ ਤੇ ਹੁੰਦਾ ਪਰ ਪਛਾਣਦਾ ਨਹੀਂ ਹੁੰਦਾ ਜੀ। ਹਾਂਜੀ, ਵੱਡੀ ਭੂਲ ਮੋਤੇ ਭਈ ਰਹਿਓ ਨੀਚ ਕਰ ਨੈਣ। ਬਸ ਫਿਰ ਭਾਈ ਲਹਿਣਾ ਜੀ ਨੇ ਨੇਤਰ ਨਹੀਂ ਤਾਂ ਕੀਤੇ ਜੀ, ਆਪਣੀ ਭੁੱਲ ਜਾਣੀ ਤੇ ਪਿਆਰਿਓ ਨੇਤਰ ਨੀਵੇਂ ਕਰਕੇ ਆਪਣੇ ਆਪ ਦਾ ਮੁਖ ਤਾਂ ਨਹੀਂ ਕਰਦੇ। ਇਹ ਵੀ ਪਿਆਰ ਵਾਲਿਆਂ ਦਾ ਹੀ ਇਹ ਕੰਮ 'ਚ, ਨਹੀਂ ਤੇ ਬੰਦਾ ਉਲਟਾ ਕਹਿ ਸਕਦਾ ਤੁਸੀਂ ਮੈਨੂੰ ਦੱਸਿਆ ਕਿਉਂ ਨਹੀਂ? ਜੇ ਤੁਸੀਂ ਗੁਰੂ ਨਾਨਕ ਸੀ ਤੇ ਮੈਨੂੰ ਦੱਸਿਆ ਕਿਉਂ ਨਹੀਂ? ਪਰ ਪਿਆਰ ਵਾਲੇ ਸਾਹਮਣੇ ਦੀ ਗਲਤੀ ਨਹੀਂ ਕੱਢਦੇ, ਪਿਆਰ ਵਾਲੇ ਆਪਣੀ ਗਲਤੀ ਗਿਣ ਲੈਂਦੇ ਆ। ਇਹੋ ਹੀ ਤੇ ਪਿਆਰ ਦੀ ਨਿਸ਼ਾਨੀ ਹੈ। ਹਾਂਜੀ, ਚਉਪਈ ਹਉ ਬਾਜਨ ਪਰ ਚੜਿਓ ਕੋ ਭਾਗਾ। ਹਾਂਜੀ, ਪੱਗ ਸੋ ਚਲ ਆਏ ਮੁਰ ਆਗਾ। ਤੇ ਮਨ ਵਿੱਚ ਸੋਚਦੇ ਮੈਂ ਮਾੜੇ ਭਾਗਾਂ ਵਾਲਾ ਵਾਂ। ਕਿਉਂ? ਮੈਂ ਘੋੜੀ ਤੇ ਚੜਿਆ ਅੱਗੇ ਅੱਗੇ ਜਾਂਦਾ ਰਿਹਾ, ਵਾਹਿਗੁਰੂ ਮੈਂ ਘੋੜੀ ਤੇ ਚੜ੍ਹ ਕੇ ਪਿੱਛੇ ਟੌਰਨਾ ਆਉਂਦਾ ਰਿਹਾ, ਇਹ ਅੱਗੇ ਅੱਗੇ ਪੈਦਲ ਆਉਂਦੇ ਰਹੇ। ਹੁਣ ਤੁਸੀਂ ਆਪ ਸੋਚੋ, ਤੁਹਾਨੂੰ ਗੁਰੂ ਨਾਨਕ ਸਾਹਿਬ ਆਪ ਨਿਰੰਕਾਰ, ਆਪ ਪਰਮੇਸ਼ਰ ਪੈਦਲ ਆ ਰਹੇ ਹੈ ਤੇ ਲਹਿਣਾ ਜੀ ਪਿੱਛੇ ਘੋੜੀ ਤੇ ਚੜ੍ਹ ਕੇ ਆ ਰਹੇ ਹੈ। ਹਾਂਜੀ, ਇਹ ਬੜ ਗੁਣ ਹੈ ਛਿਮਹਿ ਕਿਵ ਮੇਰਾ। ਮੇਰੇ ਕੋ ਭੁੱਲ ਹੋ ਗਈ ਹੈ, ਇਹ ਮੇਰੀ ਇਸ ਭੁੱਲ ਨੂੰ ਕਿਵੇਂ ਮੁਆਫ ਕਰਨਗੇ? ਇਸ ਬਿਦ ਸੋਚਤ ਭਇਓ ਕਨੇਰਾ। ਇਸ ਤਰੀਕੇ ਨਾਲ ਬੜਾ ਡੂੰਘਾ ਸੋਚਣ ਲੱਗ ਪਏ ਜੀ। ਪਿਆਰ ਵਾਲੇ ਹੈ ਨਾ, ਆਪਣੀ ਭੁੱਲ ਅੱਗੇ ਰੱਖੀ ਹੈ।
ਹਾਂਜੀ। ਸ਼੍ਰੀ ਨਾਨਕ ਸਭ ਮਨ ਕੀ ਜਾਨੀ। ਧੰਨ ਗੁਰੂ ਨਾਨਕ ਸਾਹਿਬ ਅੰਤਰਜਾਮੀ ਜਾਣ ਲਿਆ ਵੀ ਇਹ ਮਨ ਵਿੱਚ ਕੀ ਸੋਚਣ ਦੇ ਆ। ਲੈਣਾ ਜੀ ਕੀ ਸੋਚ ਰਹੇ ਆ। ਕਿਰਪਾ ਨਿਧਾਨ ਕਹੀ ਮ੍ਰਿਦੁ ਬਾਨੀ। ਤੇ ਕਿਰਪਾ ਦੇ ਖਜ਼ਾਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਲਹਿਣਾ ਜੀ ਨੂੰ ਕਹਿਣ ਲੱਗੇ। ਹਾਂਜੀ। ਪੁਰਖਾ ਕੁਸ਼ਲ ਤੁਮਾਰਾ ਅਹੇ। ਮਹਾਰਾਜ ਕਹਿੰਦੇ ਪੁਰਖਾ ਸਭ ਸੁਖ ਸਾਂਦ ਠੀਕ ਹੋ। ਹਾਂਜੀ। ਸੁਨਤ ਸ਼ਰੋਨ ਲਹਿਣੇ ਬਚ ਕਹੇ। ਜਦੋਂ ਲਹਿਣਾ ਜੀ ਨੇ ਮਹਾਰਾਜ ਦੇ ਬਚਨ ਸੁਣੇ ਅੱਗੋਂ ਇਸ ਤਰ੍ਹਾਂ ਬੇਨਤੀ ਕੀਤੀ ਮਹਾਰਾਜ ਨੂੰ। ਹਾਂਜੀ। ਤੁਮ ਦਰਸ਼ਨ ਤੇ ਪਰਮ ਆਨੰਦਾ। ਮਹਾਰਾਜ ਆਪ ਜੀ ਦੇ ਦਰਸ਼ਨਾਂ ਨਾਲ ਹੀ ਵੱਡਾ ਆਨੰਦ ਬਣ ਗਿਆ। ਤੁਹਾਡੇ ਦਰਸ਼ਨਾਂ ਨਾਲ ਮੇਰੇ ਅੰਦਰ ਪਰਮ ਆਨੰਦ ਬਣ ਗਿਆ। ਹਾਂਜੀ। ਪ੍ਰਾਪਤ ਭਇਓ ਮੋਹਿ ਸੁਖ ਕੰਦਾ। ਅੱਜ ਤੇ ਮਹਾਰਾਜ ਮੈਨੂੰ ਸੁੱਖ ਮਿਲ ਗਿਆ ਤੁਹਾਡੇ ਦਰਸ਼ਨ ਕਰਕੇ। ਅਸਲ ਵਿੱਚ ਇੰਨਾ ਚਿਰ ਹੋ ਗਿਆ, ਅੱਜ ਥਾਂ ਮਿਲ ਗਈ ਸੀਗੀ ਜਿੱਥੇ ਆ ਕੇ ਪੱਕੇ ਤੌਰ ਤੇ ਟਿਕਣਾ ਹੈਗਾ ਜੀ। ਜਿਵੇਂ ਕਿਸੇ ਦਾ ਆਪਣਾ ਘਰ ਕਿਸੇ ਨੂੰ ਮਿਲ ਜਾਵੇ ਤੇ ਉਹ ਖੁਸ਼ ਹੋ ਜਾਂਦਾ ਹੈ ਨਾ, ਪਿਆਰਿਓ ਭਾਈ ਲਹਿਣਾ ਜੀ ਨੂੰ ਅਸਲ ਵਿੱਚ ਆਪਣਾ ਘਰ ਮਿਲ ਗਿਆ ਸੀਗਾ ਜੀ। ਹਾਂਜੀ। ਵੇਖ ਭਗਤ ਦੇਵੀ ਕੋ ਸਭ ਹੀ। ਸਾਧ ਸੰਗਤ ਜੀ ਵੇਖ ਭਗਤ ਦੇਵੀ ਕੋ ਸਭ ਹੀ। ਭਾਈ ਲਹਿਣੇ ਨੇ ਆਖਿਆ ਸਾਰੀ ਗੱਲ ਆਖੀ। ਹਾਂਜੀ। ਘਰ ਵਿਚਾਰ ਕੋ ਤਿਆਗਿਓ ਤਬ ਹੀ। ਬਸ ਦੇਖਦਿਆਂ ਹੀ ਵੇਖ ਭਗਤ ਦੇਵੀ ਕੋ ਸਭ ਹੀ ਕਰ ਵਿਚਾਰ ਕੋ ਤਿਆਗਿਓ ਤਬ ਹੀ। ਮਹਾਰਾਜ ਗਰੀਬ ਨਵਾਜ ਜੀ ਦੇ ਦਰਸ਼ਨ ਕਰਦਿਆਂ ਉਹ ਜਿਹੜਾ ਦੇਵੀ ਵਾਲਾ ਭੇਖ ਬਣਾਇਆ ਸੀ ਉਹ ਲਾ ਦਿੱਤਾ ਜੀ। ਹਾਂਜੀ। ਪੱਗ ਸੌ ਘੁੰਗਰੂ ਬਾਂਦੇ ਜੋ। ਉਹ ਪੈਰਾਂ ਨੂੰ ਜਿਹੜੇ ਘੁੰਗਰੂ ਬੰਨੇ ਹੋਏ ਸਨ ਨਾ। ਹਾਂਜੀ। ਤੋਰ ਦੀਏ ਤੂਰਨ ਤਬ ਸੋ। ਬਸ ਇਹ ਕਹਿ ਕੇ ਵੀ ਮਹਾਰਾਜ ਅੱਜ ਤੇ ਮੈਨੂੰ ਸੁੱਖਾਂ ਦਾ ਟਿਕਾਣਾ ਮਿਲ ਗਿਆ। ਸਾਧ ਸੰਗਤ ਤੋਂ ਪੈਰਾਂ ਚੋਂ ਲਾ ਕੇ ਘੁੰਗਰੂ ਤੋੜ ਦਿੱਤੇ ਜੀ। ਹਾਂਜੀ। ਉਰਤੇ ਆਸ਼ਾ ਅਪਰ ਬਿਡਾਰੀ। ਮਨ ਤੋਂ ਸਾਰੀਆਂ ਆਸ਼ਾਵਾਂ ਦੂਰ ਕਰ ਦਿੱਤੀਆਂ। ਹੋਏ ਰਹਿਓ ਗੁਰ ਚਰਨ ਆਧਾਰੀ। ਤੇ ਬਸ ਆਪਣੇ ਮਨ ਨੂੰ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਹੀ ਆਸਰਾ ਰੱਖ ਲਿਆ ਜੀ। ਅੱਗੋਂ ਨਹੀਂ ਦੇਵੀ ਜੀ ਦੇ ਨਹੀਂ ਗਏ ਫਿਰ, ਕਿਉਂ ਅਸਲ ਘਰ ਹੀ ਮਿਲ ਗਿਆ ਜਦੋਂ। ਹੁਣ ਭਟਕਣ ਦੀ ਲੋੜ ਨਹੀਂ ਰਹੀ ਜੀ। ਹਾਂਜੀ। ਦੋਹਰਾ ਉਰਮ ਹੈ ਕਰਤ ਵਿਚਾਰ ਪੁਨ ਅੰਤਰ ਜਾਮੀ ਜੀ। ਵਿਦਾ ਕਰੇ ਮੁਝ ਸਦਨ ਕੋ ਆਪੇ ਆਇਸ ਦੇ। ਤੇ ਸਾਧ ਸੰਗਤ ਹਿਰਦੇ ਵਿੱਚ ਵਿਚਾਰ ਕਰਦੇ ਐ ਜੇ ਮਹਾਰਾਜ ਅੰਤਰਜਾਮੀ ਹੈ ਨਾ ਤਾਂ ਆਪ ਆਗਿਆ ਦੇ ਕੇ ਮੈਨੂੰ ਇੱਕ ਵਾਰੀ ਘਰ ਵਿਦਾ ਕਰ ਦੇਣਾ ਵੀ ਘਰ ਮੈਂ ਦੱਸ ਆਵਾਂ ਵੀ ਅੱਜ ਤੋਂ ਬਾਅਦ ਨਹੀਂ ਆਉਣਾ। ਅੱਜ ਤੋਂ ਅਸਲੀ ਟਿਕਾਣਾ ਮਿਲ ਗਿਆ ਹੈ। ਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕਰੇ। ਸਾਧ ਸੰਗਤ ਜੀ ਇੱਕ ਇਹ ਵੀ ਗੱਲ ਪ੍ਰਚਲਿਤ ਹੈ, ਜਦੋਂ ਇਹਨਾਂ ਕਿਹਾ ਨਾ ਮਹਾਰਾਜ ਮੇਰੀ ਭੁੱਲ ਦੀ ਮਾਫੀ ਕਰ ਦਿਓ, ਤੁਸੀਂ ਮਹਾਰਾਜ ਉੱਚਾ ਚੜ੍ਹ ਕੇ ਵਾਹਿਗੁਰੂ ਮੈਂ ਉੱਚਾ ਚੜ੍ਹ ਕੇ ਆਇਆ, ਤੁਸੀਂ ਪੈਦਲ ਅੱਗੇ ਤੁਰ ਰਹੇ ਸੀ। ਗੁਰੂ ਨਾਨਕ ਸਾਹਿਬ ਨੇ ਕਿਹਾ ਪੁਰਖਾ ਤੇਰਾ ਨਾਮ ਕੀ ਹੈ? ਕਹਿਣ ਲੱਗੇ ਜੀ ਮੇਰਾ ਨਾਮ ਹੈ ਲਹਿਣਾ। ਤੇ ਸਤਿਗੁਰੂ ਕਹਿਣ ਲੱਗੇ ਫਿਰ ਲੈਣਦਾਰ ਜਿਹੜੇ ਹੁੰਦੇ ਆ ਉਹ ਚੜ੍ਹ ਕੇ ਹੀ ਆਉਂਦੇ ਆ। ਤੂੰ ਲਹਿਣਾ ਤੇ ਅਸੀਂ ਦੇਣਾ ਕਹਿਣ ਲੱਗੇ। ਸਾਧ ਸੰਗਤ ਜੀ ਲਹਿਣਾ ਨਾਮ ਜਿਹੜਾ ਹੈ ਇਹਦੇ ਪਿੱਛੇ ਵੀ ਰਹੱਸ ਤੇ ਅਸਲ ਵਿੱਚ ਲਹਿਣਾ ਬਣਨਾ ਬੜਾ ਔਖਾ ਹੈ। ਕਹਿਆ ਕਰਨਾ ਦਿੱਤਾ ਲੈਣਾ ਗਰੀਬਾਂ ਅਨਾਥਾਂ ਤੇਰਾ ਮਾਣਾ। ਟੇਕ ਗੁਰੂ ਸਾਹਿਬ ਤੇ ਰੱਖਣੀ ਜੀ, ਰੱਖ ਲਿਆ ਚਰਨਾਂ ਦਾ ਆਸਰਾ। ਹਾਂਜੀ। ਚੌਪਈ ਉਰਮ ਹੈ ਧਰ ਕੇ ਭਾਉ ਕਨੇਰੋ। ਪੁਨ ਆਵੋ ਮੈਂ ਦਰਸ਼ਨ ਹੇਰੋ। ਹਾਂਜੀ। ਹਿਰਦੈ ਮਨੋਰਥ ਜਬਹਿ ਉਠਾਨਾ। ਗੁਣ ਖਾਨੀ ਤਬ ਬਚਨ ਬਖਾਨਾ। ਮਨ ਵਿੱਚ ਸੋਚਿਆ ਇੱਕ ਵਾਰੀ ਗੁਰੂ ਨਾਨਕ ਸਾਹਿਬ ਮੈਨੂੰ ਘਰ ਵਿਦਾ ਕਰਨ ਤੇ ਮੈਂ ਫਿਰ ਆਊਂਗਾ ਦਰਸ਼ਨ ਕਰਨ ਵਾਸਤੇ। ਜਦੋਂ ਹਿਰਦੇ ਵਿੱਚ ਮਨੋਰਥ ਉਠਾਇਆ ਤੇ ਧੰਨ ਗੁਰੂ ਨਾਨਕ ਸਾਹਿਬ ਤਾਂ ਸ਼ੀਸ਼ਾ ਨੇ।
ਮਹਾਰਾਜ ਨੇ ਉਸੇ ਵੇਲੇ ਹੀ ਭਾਈ ਲਹਿਣਾ ਜੀ ਨੂੰ ਆਖਿਆ। ਪੁਰਖਾ ਜਾਨੋ ਜਿਹ ਥਲ ਮਾਹੀ, ਹਾਂ, ਵੇਖ ਉਤਾਰਿਓ ਜਾਹੋ ਕੇ ਨਾਹੀ। ਮਹਾਰਾਜ ਗਰੀਬ ਨਵਾਜ ਕਹਿਣ ਲੱਗੇ, ਪੁਰਖਾ ਜਿਸ ਥਾਂ ਜਾਣਾ ਉਹ ਭੇਖ ਕਿਉਂ ਉਤਾਰ ਦਿੱਤਾ? ਮਹਾਰਾਜ ਕਹਿਣ ਲੱਗੇ, ਕੀ ਗੱਲ ਜਾਣਾ ਨਹੀਂ ਉੱਥੇ? ਮਹਾਰਾਜ ਕਹਿਣ ਲੱਗੇ, ਦੇਵੀ ਦੇ ਜਾਣਾ ਨਹੀਂ। ਹਾਂਜੀ, ਸੁਨਹੁ ਪ੍ਰਭੂ ਮਦ ਟੋਰਨ ਹੇਤਾ, ਕੋਏ ਜੇ ਗਮਨਿਓ ਸ਼ੋਰ ਨਕੇਤਾ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ, ਸੱਚੇ ਪਾਤਸ਼ਾਹ ਤੁਹਾਡੇ ਚਰਨਾਂ 'ਚ ਬੇਨਤੀ ਹੈ। ਜਦੋਂ ਗੁਰੂ ਨਾਨਕ ਸਾਹਿਬ ਨੇ ਪੁੱਛਿਆ ਨਾ, ਕੀ ਗੱਲ ਦੇਵੀ ਦੇ ਜਾਣਾ ਨਹੀਂ? ਘੁੰਗਰੂ ਲਾ ਤੇ ਭੇਖ ਲਾ ਤਾ। ਕਹਿਣ ਲੱਗੇ, ਮਹਾਰਾਜ ਕੋਈ ਬੰਦਾ ਸ਼ਹਿਦ ਲੱਭਣ ਤੁਰਿਆ ਹੋਵੇ, ਰਸਤੇ ਵਿੱਚ ਘਰੋਂ ਤੁਰਿਆ ਹੋਵੇ ਵੀ ਮੈਂ ਸ਼ਹਿਦ ਲੱਭਣਾ, ਹਾਂਜੀ, ਤੇਹ ਕੋ ਮਗ ਮਹਿ ਅੰਮ੍ਰਿਤ ਪਾਈ। ਪਰ ਸ਼ਹਿਦ ਤੇ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿੱਚ ਉਹਨੂੰ ਅੰਮ੍ਰਿਤ ਲੱਭ ਜਾਵੇ। ਹਾਂਜੀ, ਸੋ ਨਰ ਕਿਉ ਮਦ ਟੋਰਨ ਜਾਈ। ਤੇ ਫਿਰ ਮਹਾਰਾਜ ਦੱਸੋ, ਫਿਰ ਉਹਨੂੰ ਸ਼ਹਿਦ ਦੀ ਕੀ ਲੋੜ ਹੈਗੀ ਹੈ? ਠੀਕ ਹੈ, ਉਹ ਸ਼ਹਿਦ ਹੈ, ਪਰ ਜਿਹਨੂੰ ਅੰਮ੍ਰਿਤ ਮਿਲ ਗਿਆ ਉਹ ਤੇ ਅੰਮ੍ਰਿਤ ਹੀ ਲਏਗਾ ਨਾ ਫਿਰ। ਹਾਂਜੀ, ਮੁਸਕਤ ਬੂਝਿਓ ਪ੍ਰਭੂ ਬਹੋਰੀ। ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਮੁਸਕਰਾਏ ਸੱਚੇ ਪਾਤਸ਼ਾਹ, ਤੇ ਮੁਸਕਰਾ ਕੇ ਮਹਾਰਾਜ ਕਹਿਣ ਲੱਗੇ, ਹਾਂਜੀ, ਪੁਰਖਾ ਸਦਨ ਅਹ ਕਿਸ ਠੌਰੀ। ਮਹਾਰਾਜ ਕਹਿੰਦੇ, ਪੁਰਖਾ ਤੇਰਾ ਘਰ ਕਿੱਧਰ ਆ? ਹਾਂਜੀ, ਕੌਣ ਨਾਮ ਨਿਜ ਦੇਹ ਬਤਾਈ। ਮਹਾਰਾਜ ਕਹਿਣ ਲੱਗੇ, ਤੇਰਾ ਨਾਮ ਕੀ ਹੈ? ਆਪਣਾ ਨਾਮ ਤੇ ਦੱਸ। ਹਾਂਜੀ, ਸੁਣ ਬੋਲਿਓ ਲਹਿਣਾ ਸੁਖ ਪਾਈ। ਤੇ ਸੁਣ ਕੇ ਭਾਈ ਲਹਿਣਾ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਹੇ ਸਤਿਗੁਰ ਤੁਮ ਬਖਸ਼ਨ ਹਾਰੇ। ਹੇ ਮਹਾਰਾਜ ਤੁਸੀਂ ਬਖਸ਼ਣ ਦੋ, ਤੁਸੀਂ ਬਖਸ਼ਣਹਾਰ ਹੋ। ਗ੍ਰਾਮ ਖੰਡੂਰ ਨਕੇਤ ਹਮਾਰੇ। ਫਿਰ ਪੜੋ, ਗ੍ਰਾਮ ਖੰਡੂਰ ਨਕੇਤ ਹਮਾਰੇ। ਗ੍ਰਾਮ ਖਡੂਰ ਨਕੇਤ ਹਮਾਰੇ। ਸਾਡਾ ਮਹਾਰਾਜ ਪਿੰਡ ਜਿਹੜਾ ਹੈ ਉਹ ਖਡੂਰ ਹੈ, ਖਡੂਰ ਹੈ। ਫੇਰ ਵਸਾਇਆ ਫੇਰਵਾਨ ਸਤਿਗੁਰ ਖਡੂਰ। ਹਾਂਜੀ, ਲਹਿਣਾ ਨਾਮ ਕਹਿਤ ਹੈ ਮੇਰਾ। ਮਹਾਰਾਜ ਮੇਰਾ ਨਾਮ ਲੈਣਾ ਹੈ, ਲੈਣਾ। ਹਾਂਜੀ, ਸੁਨਿਓ ਸੁਜਸ ਮੈਂ ਰਾਵਰ ਕੇਰਾ। ਮਹਾਰਾਜ ਗਰੀਬ ਨਵਾਜ, ਮੈਂ ਤੇ ਤੁਹਾਡਾ ਜਸ ਬੜਾ ਸੁਣਿਆ ਸੀ, ਤੁਹਾਡੀਆਂ ਤਾਰੀਫਾਂ ਬੜੀਆਂ ਸੁਣੀਆਂ ਮਹਾਰਾਜ। ਹਾਂਜੀ, ਬਹੁਤ ਦਿਵਸ ਕੀ ਦਰਸ਼ਨ ਚਾਹੀ। ਤੇ ਬੜੇ ਦਿਨਾਂ ਤੋਂ ਮੇਰੀ ਦਰਸ਼ਨਾਂ ਦੀ ਚਾਹਤ ਸੀ ਮੇਰੇ ਮਨ ਵਿੱਚ। ਹਾਂਜੀ, ਮਨ ਅਬ ਕਰਖ ਬੋਲ ਲੀਏ ਪਾਹੀ। ਆਪ ਜੀ ਦੇ ਦਰਸ਼ਨਾਂ ਦੀ ਚਾਹਤ ਸੀ ਤੇ ਮੇਰਾ ਮਨ ਸਦਾ ਤੁਹਾਡੇ ਵੱਲ ਖਿੱਚਿਆ ਹੀ ਰਹਿੰਦਾ ਸੀਗਾ। ਹਾਂਜੀ, ਇਹ ਸੁਗੰਧ ਕੀਰਤੀ ਪਾਵਨ। ਮਹਾਰਾਜ ਤੁਹਾਡੀ ਕੀਰਤੀ ਦੀ ਜਿਹੜੀ ਸੁਗੰਧੀ ਹੈ ਨਾ, ਖੁਸ਼ਬੂ ਹੈ। ਹਾਂਜੀ, ਹੋਵੇ ਆਇਓ ਮੈਂ ਭੋਰ ਲੋਭਾਵਨ। ਤੇ ਮੈਂ ਭੋਰਾ ਬਣ ਕੇ ਅੱਜ ਉਹ ਖੁਸ਼ਬੂ ਲੈਣ ਵਾਸਤੇ ਆਇਆ। ਹਾਂਜੀ, ਸ਼੍ਰੀ ਗੁਰ ਕਹਿ ਲਹਿਣੇ ਤੈਂ ਲਹਿਣਾ। ਮਹਾਰਾਜ ਗਰੀਬ ਨਵਾਜ ਕਹਿੰਦੇ, ਅੱਛਾ ਤੇਰਾ ਨਾਮ ਲਹਿਣਾ, ਤੇ ਜੇ ਤੂੰ ਲੈਣਾ ਤੇ ਫਿਰ ਤੂੰ ਸਮਝ ਸਾਥੋਂ ਲੈਣਾ ਹੀ ਹੈ, ਲੈਣਾ। ਹਾਂਜੀ, ਸੁਨ ਪੁਰਖਾ ਹਮਨੇ ਹੈ ਦੇਣਾ। ਮਹਾਰਾਜ ਕਹਿੰਦੇ, ਪੁਰਖਾ ਤੂੰ ਲੈਣਾ ਹੈ, ਅਸੀਂ ਦੇਣਾ ਹੈ। ਗੱਲ ਤਾਂ ਪਿਆਰ ਦੀ ਹੈ, ਖੇਡ ਤਾਂ ਸਾਰੀ ਪਿਆਰ ਦੀ ਹੈ। ਹਾਂਜੀ, ਦੋਹਰਾ ਅਬ ਜਾਵਹੁ ਪੁਨ ਆਈਐ ਹੋਵੈ ਕੈ ਆਪਣੇ ਧਾਮ। ਮਹਾਰਾਜ ਕਹਿੰਦੇ, ਕੋਈ ਨਹੀਂ, ਹੁਣ ਮਨੋਰਥ ਸੀ ਨਾ ਵੀ ਮਹਾਰਾਜ ਇੱਕ ਵਾਰੀ ਮੈਨੂੰ ਆਪ ਘਰ ਭੇਜਣ। ਸਤਿਗੁਰੂ ਕਹਿਣ ਲੱਗੇ, ਜਾ ਹੁਣ ਇੱਕ ਵਾਰੀ ਆਪਣੇ ਘਰ ਹੋ ਆ। ਹਾਂਜੀ, ਸੁਨ ਲਹਿਣਾ ਹਰਖਿਓ ਹਿਰਦੇ ਜਿਉ ਆਮੀ ਖਵੈ ਆਮ। ਜਿਵੇਂ ਅੰਬ ਖਾਣ ਵਾਲੇ ਨੂੰ ਅੰਬ ਮਿਲ ਜਾਂਦੇ ਤੇ ਉਹ ਖੁਸ਼ ਹੋ ਜਾਂਦਾ, ਇਸੇ ਤਰ੍ਹਾਂ ਭਾਈ ਲਹਿਣਾ ਜੀ ਖੁਸ਼ ਹੋਏ ਤੇ ਸਾਧ ਸੰਗਤ ਜੀ ਘਰ ਜਾਣ ਦਾ ਫੁਰਨਾ ਬਣਾ ਲਿਆ। ਹਾਂਜੀ, ਚਉਪਈ ਹੈ ਸ਼੍ਰੀ ਨਾਨਕ ਅੰਤਰ ਜਾਮੀ, ਮੈਂ ਚਿਤ ਵਿਚਿਤ ਜਾਨੀ ਸੁਆਮੀ। ਤੇ ਕੀ ਸੋਚਦੇ ਆ? ਹੈ ਸ਼੍ਰੀ ਨਾਨਕ ਅੰਤਰ ਜਾਮੀ, ਮੈਂ ਚਿਤ ਵਿਚਿਤ ਜਾਨੀ ਸੁਆਮੀ। ਮਨ ਸੋਚਿਆ ਇਹ ਅੰਤਰ ਜਾਮੀ ਨੇ, ਜੋ ਮੈਂ ਸੋਚਿਆ ਉਹ ਇਹਨਾਂ ਨੇ ਬੁੱਝ ਲਿਆ।
ਹਾਂਜੀ। ਆਇਸ ਸਿਰ ਧਰ ਕਲੁਖ ਨਿਕੰਦਨ, ਬਸ ਫਿਰ ਮਹਾਰਾਜ ਜੀ ਦਾ ਹੁਕਮ ਪਾ ਕੇ ਹਾਥ ਬੰਦ ਪਦ ਕੀਨੀ ਬੰਦਨ, ਮੱਥਾ ਟੇਕਿਆ ਜੀ ਲਹਿਣਾ ਜੀ ਨੇ ਮਹਾਰਾਜ ਜੀ ਨੂੰ। ਹਾਂਜੀ। ਹੋਏ ਬਿਦਾ ਸ੍ਰੀ ਗੁਰ ਤੇ ਆਵਾ, ਤੇ ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਵਿਦਾ ਹੋ ਕੇ ਮਿਲ ਸੰਗਤ ਸੋ ਵਾਕ ਅਲਾਵਾ, ਤੇ ਸਾਰੀ ਸੰਗਤ ਨੂੰ, ਜਿਹੜੀ ਸੰਗਤ ਸਾਥੀ ਦੇਵੀ ਦੀ ਜੇ ਦਾਂਦੇ ਸਨ, ਉਹਨਾਂ ਸਾਰਿਆਂ ਨੂੰ ਇੰਜ ਕਿਹਾ, ਸਭ ਸੋ ਰਾਮ ਰਾਮ ਹੈ ਮੇਰੀ, ਮਨ ਇੱਛਾ ਘਰ ਮੁਰਨੇ ਕੇਰੀ। ਕਹਿੰਦੇ ਭਾਈ ਸਾਰਿਆਂ ਨਾਲ ਹੁਣ ਮੇਰੀ ਰਾਮ ਰਾਮ ਹੀ ਹੈ ਜੀ। ਜਿਹਨੂੰ ਆਪਾਂ ਸਤਿ ਸ੍ਰੀ ਅਕਾਲ ਕਹਿ ਦਿੰਦੇ ਨੇ ਵੀ ਚੰਗਾ ਹੁਣ ਮੇਰੀ ਸਤਿ ਸ੍ਰੀ ਅਕਾਲ ਹੈ, ਹੁਣ ਤੁਸੀਂ ਆਪਣੇ ਰਾਹ ਜਾਓ। ਸਭ ਸੋ ਰਾਮ ਰਾਮ ਹੈ ਮੇਰੀ, ਮਨ ਇੱਛਾ ਘਰ ਮੁਰਨੇ ਕੇਰੀ। ਮੇਰੀ ਹੁਣ ਇੱਛਾ ਮੈਂ ਘਰ ਵਾਪਸ ਚੱਲਾਂ ਕਹਿਣ ਲੱਗੇ। ਮੇਰੀ ਤੁਹਾਡੇ ਨਾਲ ਰਾਮ ਰਾਮ ਹੈ ਸਾਰਿਆਂ ਨਾਲ। ਹਾਂਜੀ। ਬਿਸਮਾਏ ਸਾਥੀ ਸੁਨ ਬੈਨਾ, ਉਹ ਸਾਥੀ ਬੜੇ ਹੈਰਾਨ ਹੋਏ ਸਾਰੇ ਸੁਣ ਕੇ। ਹਾਂਜੀ। ਕਹਿਣ ਲੱਗੇ ਕਿਉਂ ਜਾਵੋ ਐਨਾ, ਕਹਿਣ ਲੱਗੇ ਕੀ ਗੱਲ ਤੁਸੀਂ ਘਰ ਕਿਉਂ ਜਾ ਰਹੇ ਹੋ? ਹਾਂਜੀ। ਨਹੀਂ ਚਲਤ ਅਬ ਜਵਾਲਾ ਪਾਉਨਾ, ਮੰਦਰ ਨਹੀਂ ਜਾਣਾ ਜਵਾਲਾ ਜੀ ਦੇ ਸਾਡੇ ਨਾਲ। ਹਾਂਜੀ। ਇਹ ਸੰਗ ਕੋ ਮਾਲਕ ਕੌਣਾ, ਇਸ ਸੰਗ ਦਾ ਮਾਲਕ ਕੌਣ ਹੈ? ਮਾਲਕ ਤੇ ਤੁਸੀਂ ਹੋ, ਤੇ ਤੁਸੀਂ ਸੰਗ ਲੈ ਕੇ ਜਾ ਰਹੇ ਹੋ, ਤੇ ਤੁਸੀਂ ਕਹਿੰਦੇ ਹੋ ਵੀ ਘਰ ਮੈਂ ਘਰ ਚੱਲਾਂ, ਤੁਸੀਂ ਸਾਰੇ ਜਾਓ, ਤੇ ਫਿਰ ਸੰਗ ਦਾ ਮਾਲਕ ਕੌਣ ਰਿਹਾ? ਹਾਂ। ਦੋਹਰਾ ਸੁਣ ਲਹਿਣਾ ਪੁਨ ਬੋਲਿਓ, ਜਿਸ ਹਿਤ ਜਵਾਲਾ ਜਾਏ, ਸੋ ਕਾਰਜ ਪੂਰਨ ਭਇਓ, ਸ਼ਾਂਤ ਭਈ ਚਿਤ ਆਏ। ਕਹਿਣ ਲੱਗੇ ਸੰਗ ਵਾਲਿਆਂ ਨੂੰ ਸ੍ਰੀ ਲਹਿਣਾ ਜੀ, ਕਹਿੰਦੇ ਭਾਈ ਜਿਸ ਕਾਰਜ ਵਾਸਤੇ ਜਵਾਲਾ ਜੀ ਜਾਈਦਾ ਸੀਗਾ, ਉਹ ਕਾਰਜ ਅੱਜ ਰਸਤੇ ਵਿੱਚ ਹੀ ਬਣ ਗਿਆ, ਮਨ ਸ਼ਾਂਤ ਹੋ ਗਿਆ ਕਹਿੰਦੇ। ਹਾਂਜੀ। ਚਉਪਈ ਪੁਨ ਸੰਗੀ ਬੂਝਤ ਹਿਤ ਪਾਏ, ਉਹ ਸੰਗੀ ਸਾਥੀ ਪੁੱਛਣ ਲੱਗੇ ਜੀ ਸਾਰੇ। ਹਾਂਜੀ। ਤੁਮ ਕੋ ਸ਼ਾਂਤ ਭਈ ਇਹ ਥਾਏ, ਕਹਿਣ ਲੱਗੇ ਤੁਹਾਨੂੰ ਕਿਹੜੀ ਥਾਂ ਤੋਂ ਇੱਕਦਮ ਸ਼ਾਂਤੀ ਪ੍ਰਾਪਤ ਹੋ ਗਈ ਹੈ? ਹਾਂਜੀ। ਮਾਨਵ ਸਰਬ ਸੰਗ ਜੋ ਆਏ, ਕੌਣ ਹਾਲ ਇਨ ਦੇਹੋ ਬਤਾਏ। ਇਹਨਾਂ ਨੂੰ ਵੀ ਤੇ ਦੱਸੋ ਜਿਹੜੇ ਤੁਹਾਡੇ ਨਾਲ ਆਏ ਆ ਸਾਰੇ, ਤੁਹਾਨੂੰ ਇੱਕਦਮ ਕਿਵੇਂ ਸ਼ਾਂਤੀ ਮਿਲ ਗਈ? ਹਾਂਜੀ। ਲਹਿਣਾ ਕਹੇ ਅਬ ਜਵਾਲਾ ਜਾਵਹੋ, ਪੌਨ ਪਰਸ ਕਰ ਇਹ ਥਲ ਆਵਹੋ। ਕਹਿਣ ਲੱਗੇ ਫਿਰ ਇੱਕ ਕੰਮ ਕਰੋ, ਜੇ ਜਵਾਬ ਲੈਣਾ ਹੈ ਨਾ, ਤੁਸੀਂ ਹੁਣ ਜਵਾਲਾ ਜੀ ਦੇ ਜਾਓ, ਪੂਜਾ ਕਰਕੇ ਵਾਪਸ ਇਸ ਥਾਂ ਤੇ ਆਇਓ ਫਿਰ ਸਾਰੇ। ਹਾਂਜੀ। ਮਨੋ ਕਾਮਨਾ ਨਿਜ ਨਿਜ ਧਾਰੀ, ਤੇ ਆਪੋ ਆਪਣੀਆਂ ਮਨੋ ਕਾਮਨਾਵਾਂ ਧਾਰਨ ਕਰਕੇ। ਹਾਂਜੀ। ਦਰਸ ਹੋ ਸਤਿਗੁਰ ਦਰਸ ਦੁਖਾਰੀ, ਤੇ ਤੁਸੀਂ ਫੇਰ ਆ ਕੇ ਗੁਰੂ ਸਾਹਿਬ ਦੇ ਦਰਸ਼ਨ ਕਰ ਲਿਓ। ਹਾਂਜੀ। ਕਿਰਪਾ ਨਿਧਾਨ ਕਿਰਪਾ ਕਰ ਤਬਹੀ, ਆਸਾ ਤੁਮਰੀ ਪੂਰਹਿ ਸਭਹੀ। ਤੇ ਮੈਂ ਭਰੋਸੇ ਨਾਲ ਕਹਿਣਾ, ਪਹਿਲਾਂ ਉਧਰ ਜਾ ਕੇ ਦਰਸ਼ਨ ਕਰ ਆਇਓ, ਮੁੜ ਇੱਥੇ ਆ ਕੇ ਜਿਹੜੀ ਆਸ ਕਰੋਗੇ ਗੁਰੂ ਨਾਨਕ ਸਾਹਿਬ ਪੂਰੀ ਕਰ ਦੇਣਗੇ ਤੁਹਾਡੀ। ਕਹਿਣ ਲੱਗੇ ਮੈਂ ਭਰੋਸੇ ਨਾਲ ਕਹਿਣਾ। ਹਾਂਜੀ। ਇਉਂ ਕਹਿ ਬਿਦਾ ਕੀਨ ਤਿੰਨ ਸੰਗਾ, ਇਹ ਕਹਿ ਕੇ ਸਾਰਾ ਸੰਗ ਵਿਦਾ ਕਰ ਦਿੱਤਾ ਜੀ। ਉਹਨਾਂ ਚੋਂ ਇੱਕ ਬੰਦਾ ਮੁਖੀ ਬਣ ਗਿਆ ਜੀ। ਹਾਂਜੀ। ਗਇਓ ਸੰਗ ਜਵਾਲਾ ਸੋ ਉਮੰਗਾ, ਉਹ ਬੜੇ ਉਤਸ਼ਾਹ ਨਾਲ ਜਵਾਲਾ ਜੀ ਵਾਲੇ ਪਾਸੇ ਤੁਰ ਪਏ, ਤੇ ਸ਼੍ਰੀ ਲਹਿਣਾ ਜੀ ਨੂੰ ਆਪਣੀ ਮੰਜ਼ਿਲ ਮਿਲ ਗਈ ਜੀ। ਹਾਂਜੀ। ਦੋਹਰਾ ਆਇਓ ਆਪ ਖੰਡੂਰ ਮਹਿ, ਕਹਿ ਸੋ ਬੋਲ ਨਾ ਬੈਨ। ਆਏ ਆ ਆਪਣੇ ਘਰ ਵਿੱਚ, ਵਾਪਸ ਆਏ ਆ ਖਡੂਰ ਸਾਹਿਬ ਵਿੱਚ, ਕਿਸੇ ਨਾ ਕੋਈ ਗੱਲ ਨਹੀਂ ਕੀਤੀ। ਹਾਂਜੀ। ਲਿਵ ਲਾਗੀ ਗੁਰ ਚਰਨ ਕੀ, ਬਦੀ ਚਾਹੇ ਦਿਨ ਰੈਨ। ਬਸ ਲਿਵ ਧਿਆਨ ਤੇ ਮਹਾਰਾਜ ਦੇ ਚਰਨਾਂ 'ਚ ਹੀ ਰਹਿ ਗਿਆ ਜੀ, ਧਿਆਨ ਉਧਰ ਹੀ ਹੈ। ਹਾਂਜੀ। ਚਉਪਈ ਆਏ ਲੋਕ ਸਭ ਬੂਝਤ ਭਏ, ਜਦੋਂ ਵਾਪਸ ਆਏ ਤੇ ਲੋਕ ਪੁੱਛਣ ਲਹਿਣਾ ਜੀ ਨੂੰ, ਹਾਂਜੀ, ਤੁਮ ਤਉ ਜਵਾਲਾ ਪਰਸਨ ਗਏ, ਤੁਸੀਂ ਤੇ ਜਵਾਲਾ ਜੀ ਦੇ ਦਰਸ਼ਨ ਕਰਨ ਗਏ ਸੀ, ਕਿਉਂ ਮਾਰਗ ਤੇ ਹਟ ਕਰ ਆਏ, ਤੇ ਵਾਪਸ ਕਿਉਂ ਆ ਗਏ ਹੋ? ਹਾਂਜੀ। ਨਿਜ ਬਿਰਥਾ ਸਭ ਦੇਹੋ ਬਤਾਏ, ਤੇ ਆਪਣੀ ਬਿਰਥਾ ਤੇ ਦੱਸੋ, ਵਿਥਿਆ ਤੇ ਸੁਣਾਓ। ਹਾਂਜੀ। ਲਹਿਣੇ ਕਹਿਓ ਨਾ ਅਬ ਕੇ ਗਇਓ, ਹਾਂਜੀ।
ਸੰਗ ਵਿਦਾ ਕਰ ਮੈਂ ਘਰ ਆਇਓ। ਤੇ ਲਹਿਣਾ ਜੀ ਕਹਿਣ ਲੱਗੇ ਇਸ ਵਾਰ ਸੰਗ ਸਾਰਾ ਮੈਂ ਭੇਜ ਦਿੱਤਾ, ਮੈਂ ਵਾਪਸ ਆ ਗਿਆ। ਹਾਂਜੀ। ਸੁਨ ਲੋਕਨ ਇਉ ਤੂਸ਼ਨ ਕੀਨੰ ਔਰ ਭੇਦ ਕੋ ਨਹਿ ਚੀਨੰ। ਤੇ ਕਹਿਣ ਲੱਗੇ ਮੈਂ ਸੰਗ ਹੀ ਅੱਗੇ ਕਰਨ ਗਿਆ ਸਾਂ, ਬਸ ਲੋਕ ਚੁੱਪ ਹੋ ਗਏ ਜੀ, ਵੀ ਪਤਾ ਨਹੀਂ ਕਿਉਂ ਵਾਪਸ ਆ ਗਏ ਆ, ਭੇਦ ਨਹੀਂ ਕੋਈ ਸਮਝ ਸਕਿਆ। ਹਾਂਜੀ। ਨਿਜ ਨਕੇਤ ਮਹਿ ਬੈਠਿਓ ਜਾਈ ਕਿਸ ਕੇ ਸੰਗ ਨਾ ਕਛੂ ਅਲਾਈ। ਹੁਣ ਆਪਣੇ ਘਰ ਵਿੱਚ ਬੈਠੇ ਐ, ਰਾਤ ਦਾ ਸਮਾਂ ਹੈ, ਤੇ ਭਾਈ ਲਹਿਣਾ ਜੀ ਕਿਸੇ ਨਾਲ ਕੋਈ ਗੱਲ ਨਹੀਂ ਕਰ ਰਹੇ। ਹਾਂਜੀ। ਅਤਿਸ਼ ਹਿਰਦੈ ਵਿਖੇ ਉਦਾਸੀ। ਉਦਾਸੀ ਹੈਗੀ ਮਨ ਵਿੱਚ। ਹਾਂਜੀ। ਏਕ ਨਿਸ਼ਾ ਨਿਜ ਬਸਿਓ ਅਵਾਸੀ। ਮਸਾਂ ਰਾਤ ਹੀ ਇੱਕ ਘਰ ਰਿਹਾ ਗਿਆ ਜੀ, ਮਸਾਂ ਰਾਤ ਹੀ। ਅੱਗੋਂ ਫਿਰ ਆਪਾਂ ਕੱਲ ਸਰਵਣ ਕਰਾਂਗੇ ਵੀ ਕਿਵੇਂ ਫਿਰ ਮੁੜ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਆਉਂਦੇ ਆ। ਇਹ ਸਾਧ ਸੰਗਤ ਜੀ ਸ੍ਰੀ ਲਹਿਣਾ ਜੀ ਦੀ ਪਾਵਨ ਪਵਿੱਤਰ ਕਥਾ ਹੈ। ਭਾਵ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ, ਜਿਨ੍ਹਾਂ ਦਾ ਗੁਰਪੁਰਬ ਮਨਾਇਆ ਜਾ ਰਿਹਾ ਪੰਥ ਵਿੱਚ। ਸੋ ਸੰਗਤਾਂ ਨੂੰ ਵਧਾਈਆਂ ਹੋਣ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਸਤਿਕਾਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।